ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸਿਮਰਤ ਨਾਮ ਕੋਟ ਜਤਨ ਪਾਏ, ਸਾਧ ਸੰਗ ਮਿਲ ਹਰ ਗੁਣ ਗਾਏ। ਜਮ ਦੂਤਨ ਕਉ ਤਰਾਸ ਆਹੇ, ਸਿਮਰਤ ਨਾਮ ਕੋਟ ਜਤਨ ਪਾਏ। ਸਾਧ ਸੰਗ ਮਿਲ ਹਰ ਗੁਣ ਗਾਏ। ਜਮ ਦੂਤਨ ਕਉ ਤਰਾਸ ਆਹੇ, ਰਹਾਉ। ਜਿਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ। ਆਵਣ ਜਾਣ ਭਰਮ ਭਉ ਨਾਠਾ, ਜਨਮ ਜਨਮ ਕੇ ਕਿਲ ਵਿਖ ਦਹੇ। ਨਿਰਭਉ ਹੋਏ ਭਜੋ ਜਗਦੀਸੈ, ਇਹੋ ਪਦਾਰਥ ਵੱਡ ਭਾਗ ਲਹੇ। ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਨਿਰਭਉ ਹੋਏ ਭਜੋ ਜਗਦੀਸੈ, ਇਹੋ ਪਦਾਰਥ ਵੱਡ ਭਾਗ ਲਹੇ। ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਭਾਵ ਵਿੱਚ ਸਜੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਗੁਰੂ ਨਿਵਾਜੀ ਧਰਤੀ ਤੇ ਸੁਰਤ ਕਰਕੇ ਸਰੀਰ ਕਰਕੇ ਆਪ ਗੁਰਸਿੱਖ ਹਾਜ਼ਰੀਆਂ ਭਰ ਰਹੇ ਹੋ। ਗੁਰਦੇਵ ਜੀ ਨੇ ਰਹਿਮਤ ਕੀਤੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਤੋਂ, ਜੋ ਆਦੇਸ਼ ਬਖਸ਼ਿਆ ਸਾਨੂੰ, ਜੋ ਸਤਿਗੁਰੂ ਜੀ ਦਾ ਫਰਮਾਨ ਹੋਇਆ, ਸਾਨੂੰ ਚਿੰਤਾ ਤੋਂ ਮੁਕਤ ਕਰਦਾ ਹੈ। ਸਾਧ ਸੰਗਤ, ਤੁਸੀਂ ਸ਼ਬਦ ਨੂੰ, ਹੁਕਮ ਨੂੰ ਬੜੀ ਇਕਾਗਰਤਾ ਨਾਲ ਸੁਣਿਆ। ਗੁਰੂ ਸਵਾਰਿਆਂ ਨੇ ਬੜੇ ਪ੍ਰੇਮ ਦੇ ਨਾਲ, ਬੜੇ ਟਿਕਾਓ ਨਾਲ ਸ਼ਬਦ ਨੂੰ ਪੜ੍ਹਿਆ, ਅਤੇ ਯਕੀਨਨ ਜਿੰਨੀ ਤੁਹਾਡੀ ਇਕਾਗਰਤਾ ਸੁਰਤ ਕਰਕੇ ਸੁਣਦਿਆਂ ਬਣੀ ਹੋਏਗੀ, ਉਨਾ ਹੀ ਸ਼ਬਦ ਦਾ ਆਤਮਿਕ ਆਨੰਦ ਤੁਸੀਂ ਮਾਣਿਆ। ਜਿਉਂ-ਜਿਉਂ ਅੰਦਰ ਟਿਕਾਓ ਵੱਧਦਾ ਜਾਏਗਾ, ਤਿਉਂ-ਤਿਉਂ ਸ਼ਬਦ ਦੇ ਭੇਦ ਹੋਰ ਦੇ ਹੋਰ ਖੁੱਲ੍ਹਦੇ ਜਾਣਗੇ। ਸਾਧ ਸੰਗਤ, ਔਰ ਅਨੁਭਵ ਕਰਾਂਗੇ ਅਸੀਂ ਸਾਰੇ ਕਿ ਸ਼ਬਦ ਪ੍ਰਕਾਸ਼ ਬਣ ਕੇ ਸਾਡੀ ਅਗਵਾਈ ਕਰ ਰਿਹਾ, ਸਾਨੂੰ ਆਪਣੇ ਆਪ ਰਸਤਾ ਦਿਖਾ ਰਿਹਾ। ਭਰਮ ਵਿੱਚੋਂ ਮੇਟਣ ਵਾਲਾ, ਭਰਮ ਚੋਂ ਕੱਢਣ ਵਾਲਾ ਸਤਿਗੁਰੂ, ਭਰਮ ਮੇਟਣ ਵਾਲਾ ਪਾਤਸ਼ਾਹ
ਸ਼ਬਦ ਦੇ ਜਰੀਏ ਵਰਤ ਰਿਹਾ। ਸ਼ਬਦ ਹੀ ਸਤਿਗੁਰ ਜੀ ਦਾ ਸਰੂਪ ਹੈ ਤੇ ਸ਼ਬਦ ਕਰਕੇ ਸਤਿਗੁਰ ਜੀ ਸਾਡੇ ਜ਼ਿੰਦਗੀ ਦੇ ਜੰਜਾਲ ਕੱਟ ਰਹੇ ਹੈ। ਬੜੇ ਪ੍ਰੇਮ ਭਿੱਜੇ ਸ਼ਬਦ ਨੇ। ਪਹਿਲੀ ਪੰਕਤੀ ਰਹਾਉ ਦੀ ਪੰਕਤੀ ਹੈ, ਜਿਹਦੇ ਅੰਦਰ ਆਪ ਜੀ ਨੇ ਸੁਣਿਆ ਵੀ ਇੱਕ ਪਾਸੇ ਦੁਨੀਆ ਦੇ ਕਰੋੜਾਂ ਕਰਮਕਾਂਡ ਹੋਣ, ਇੰਨੇ ਕਰਮਕਾਂਡ ਔਖੇ ਤੋਂ ਔਖੇ ਜੀ, ਜਿਹੜੇ ਲੋਕੀ ਕਰਮਕਾਂਡ ਵਿੱਚ ਫਸੇ ਹੋਏ ਆ ਨਾ ਜੀ, ਉਹਨਾਂ ਲੋਕਾਂ ਨੂੰ ਪੁੱਛ ਕੇ ਵੇਖੋ, ਜ਼ਿੰਦਗੀ ਇੱਕ ਖਲਜਗਣ ਬਣ ਗਈ ਹੈ ਉਹਨਾਂ ਦੀ, ਔਰ ਹਰ ਸਵਾਸ ਇੱਕ ਭਰਮ ਦਾ ਜਾਲ ਉਹਨਾਂ ਦੇ ਸਿਰ ਦੇ ਉੱਤੇ ਬੁਣਿਆ ਹੀ ਰਹਿੰਦਾ। ਉਹਨਾਂ ਦੀ ਬੁੱਧੀ ਇੱਕ ਭਰਮ ਦੇ ਜਾਲ 'ਚ ਫਸੀ ਰਹਿੰਦੀ ਹੈ। ਹਰ ਛਿਨ ਖਾਣ ਲੱਗਿਆਂ, ਬੈਠਣ ਲੱਗਿਆਂ, ਤੁਰਨ ਲੱਗਿਆਂ, ਸੌਣ ਲੱਗਿਆਂ, ਹਰ ਛਿਨ ਉਹ ਮਨੁੱਖ ਜਿਹੜੇ ਇਸ ਜਾਲ 'ਚ ਫਸ ਚੁੱਕੇ ਆ, ਉਹ ਨਿਕਲ ਨਹੀਂ ਪਾ ਰਹੇ ਜੀ। ਸਮਾਜ ਵਿੱਚ ਆਪਾਂ ਰਹਿੰਦੇ ਹਾਂ, ਵਾਹਿਗੁਰੂ ਕਰੇ ਤੁਹਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਜੀ ਨੇ ਬਚਾ ਕੇ ਰੱਖਿਆ ਹੋਵੇ। ਮਾਨਸਿਕ ਤੌਰ ਤੇ ਰੋਗੀ ਜਾਪਦੇ ਨੇ ਉਹ ਲੋਕ, ਔਰ ਪੜ੍ਹੇ ਲਿਖੇ, ਇਹ ਨਹੀਂ ਕਿ ਅਨਪੜ੍ਹ ਹੀ ਸਿਰਫ। ਕਈ ਵਾਰੀ ਸਾਡੇ ਕੋਲ ਪੜ੍ਹੇ ਲਿਖੇ ਹੋਣ ਦਾ ਪੈਮਾਨਾ ਹੁੰਦਾ ਵੀ ਇਹ ਬੰਦੇ ਨੂੰ ਅੰਗਰੇਜ਼ੀ ਬੜੀ ਆਉਂਦੀ ਹੈ, ਇਹ ਬਹੁਤਾ ਪੜ੍ਹਿਆ ਲਿਖਿਆ। ਆਪਾਂ ਸਾਬਤ ਵੀ ਕਰਨਾ ਚਾਹੁੰਦੇ ਹਾਂ 4 ਅੱਖਰ ਬੋਲ ਕੇ ਕਿ ਮੈਂ ਜ਼ਿਆਦਾ ਐਜੂਕੇਟਡ ਹਾਂ, ਮੈਂ ਜ਼ਿਆਦਾ ਪੜ੍ਹਿਆ ਲਿਖਿਆ। ਪਰ ਸਾਧ ਸੰਗਤ ਜੀ, ਬਹੁਤ ਜ਼ਿਆਦਾ ਕਿਤਾਬਾਂ ਪੜ੍ਹ ਕੇ ਜੇ ਜ਼ਿੰਦਗੀ ਦਾ ਬੋਧ ਨਹੀਂ ਮਿਲਿਆ ਤੇ ਮਹਾਰਾਜ ਕਹਿੰਦੇ ਫਿਰ ਪੜ੍ਹਿਆ ਵਿਦਵਾਨ ਨਹੀਂ, ਪੜ੍ਹਿਆ ਗੁਣੀ ਨਹੀਂ, ਪੜ੍ਹਿਆ ਪੰਡਤ ਨਹੀਂ, ਪੜ੍ਹਿਆ ਗਿਆਨੀ ਨਹੀਂ, ਪੜ੍ਹਿਆ ਮੂਰਖ ਆਖੀ ਹੈ। ਇੱਕ ਤੇ ਹੁੰਦਾ ਬੁੱਧੀ ਤੋਂ ਵੀ ਹੋਣਾ ਮੂਰਖ, ਇੱਕ ਬੁੱਧੀ ਵਾਲਾ ਵੀ ਮੂਰਖ ਹੁੰਦਾ, ਜਿਹਦੇ ਕੋਲ ਬੁੱਧੀ ਦੀ ਕੋਈ ਸੀਮਾ ਨਹੀਂ, ਸਾਰੀ ਦੁਨੀਆ ਦੇ ਨਾਲ ਸ਼ਾਸਤਰਾਰਥ ਕਰ ਸਕਦਾ ਹੈ, ਸਾਰੀ ਦੁਨੀਆ ਦੇ ਨਾਲ ਵਿਵਾਦ ਕਰ ਸਕਦਾ, ਸੰਵਾਦ ਕਰ ਸਕਦਾ, ਤੇ ਇੱਥੋਂ ਤੱਕ ਦਾਈਆ ਬਣਦਾ ਕਿ ਜਿੱਤਣ ਦੀ ਸ਼ਕਤੀ ਰੱਖਦਾ ਹੈ। ਪਰ ਕਿਤੇ ਜੇ ਜੀਵਨ ਦਾ ਬੋਧ ਨਹੀਂ ਆਇਆ ਤੇ ਉਹਦੀ ਵਿੱਦਿਆ ਹੀ ਕਈ ਵਾਰੀ ਉਹਦੇ ਜੀਣ ਦੇ ਵਾਸਤੇ ਕਮਜ਼ੋਰੀ ਬਣ ਜਾਂਦੀ ਹੈ, ਬੋਝ ਬਣ ਜਾਂਦੀ ਹੈ। ਕਰੋੜਾਂ ਕਰਮਕਾਂਡ, ਗ੍ਰੰਥਾਂ ਦੇ ਗ੍ਰੰਥ ਭਰੇ ਪਏ ਆ, ਬੜੇ ਲੋਕਾਂ ਦੀਆਂ ਦੁਕਾਨਾਂ ਚੱਲ ਰਹੀਆਂ ਨੇ, ਔਰ ਬਹੁਤ ਵੱਡੀ ਗਿਣਤੀ 'ਚ ਜਨਤਾ ਇਸ ਜਾਲ 'ਚ ਫਸੀ ਹੋਈ ਹੈ। ਬੈਠਣਾ ਕਿਸ ਦਿਸ਼ਾ ਨੂੰ ਮੂੰਹ ਕਰਕੇ ਹੈ, ਸੌਣਾ ਕਿਸ ਦਿਸ਼ਾ ਨੂੰ ਮੂੰਹ ਕਰਕੇ ਹੈ, ਖਾਣਾ ਕਿਸ ਦਿਸ਼ਾ ਨੂੰ ਮੂੰਹ ਕਰਕੇ ਹੈ। ਜਦੋਂ ਅਸੀਂ ਆਲੇ ਦੁਆਲੇ ਨੂੰ ਵੇਖਾਂਗੇ ਨਾ, ਫਿਰ ਸਾਨੂੰ ਗੁਰਮਤਿ ਦੀ ਅਹਿਮੀਅਤ ਦਾ ਪਤਾ ਲੱਗਣਾ। ਇਹ ਦਿਨ ਕਿਹੜੇ ਸ਼ੁਰੂ ਹੋ ਗਏ ਨੇ, ਇਹ ਦਿਨ ਕਿਹੜੇ ਮੁੱਕ ਗਏ ਨੇ, ਇਹ ਮਹੀਨਾ ਕਿਹੜਾ ਚੱਲ ਪਿਆ, ਇਹ ਮਹੀਨਾ ਕਿਹੜਾ ਖਤਮ ਹੋਇਆ, ਇਹਦੇ ਵਿੱਚ ਇਹਨਾਂ ਦਿਨਾਂ 'ਚ ਕਿਹੜੇ ਦੇਵਤੇ ਦੀ ਪੂਜਾ ਕਰਨੀ ਹੈ। ਕਦੀ ਮਰਿਆ ਹੋਇਆਂ ਨੂੰ ਪੂਜਣਾ, ਕਦੀ ਬੁੱਤਾਂ ਵਾਲਿਆਂ ਨੂੰ ਪੂਜਣਾ। ਬੜੀ ਅਜੀਬ ਤਰ੍ਹਾਂ ਦੀ ਮਾਨਸਿਕਤਾ ਹੈ, ਔਰ ਉਲਝੇ ਹੋਏ ਮਨੁੱਖ ਜੀ। ਕਿਸੇ ਨੂੰ ਸਰੋਂ ਦੇ ਤੇਲ ਨਾਲ ਖੁਸ਼ ਕਰਨਾ ਹੈ, ਕਿਸੇ ਨੂੰ ਕਾਲੇ ਮਾਵਾਂ ਨਾਲ ਖੁਸ਼ ਕਰਨਾ ਹੈ, ਕਿਸੇ ਨੂੰ ਲੋਹਾ ਦਾਨ ਦੇ ਕੇ ਖੁਸ਼ ਕਰਨਾ ਹੈ, ਕਿਸੇ ਨੂੰ ਤੀਰਥਾਂ ਤੇ ਨਹਾ ਕੇ ਖੁਸ਼ ਕਰਨਾ ਹੈ। ਇੱਕ ਇੱਕ ਸਾਹ ਨਾਲ ਕਰਮਕਾਂਡ ਜੁੜੇ ਹੋਏ ਆ। ਇੱਕ ਪਾਸੇ ਐਸੇ ਮਨੁੱਖ ਜਿਨ੍ਹਾਂ ਨੂੰ ਬਹੁਤ ਡਰ ਆਉਂਦਾ ਹੈ। ਅੱਜ ਵੀਰਵਾਰ ਚੜ੍ਹ ਗਿਆ, ਬੜਾ ਡਰ ਆ ਰਿਹਾ ਹੈ। ਅੱਜ ਸ਼ਨੀਵਾਰ ਚੜ੍ਹ ਗਿਆ, ਬੜਾ ਖੌਫ ਖਾ ਰਹੇ ਨੇ। ਤੁਸੀਂ ਲੱਖ ਯਤਨ ਕਰੋ ਉਹਨਾਂ ਮਨੁੱਖਾਂ ਨੂੰ ਭਰਮ ਚੋਂ ਕੱਢਣ ਦੀ, ਉਹ ਕਹਿਣਗੇ ਨਹੀਂ ਭਾਈ, ਜਿਹੜੇ ਵਿਚਾਰ ਬਣੇ ਹੋਏ ਆ ਅਸੀਂ ਨਹੀਂ ਤੋੜ ਸਕਦੇ। ਕਮਜ਼ੋਰੀ ਬਣ ਚੁੱਕੀ ਹੈ। ਸੱਚ ਪੁੱਛੋ ਤੇ ਸ਼ਬਦ ਵਰਤਣਾ ਪਏਗਾ ਕਿ ਜ਼ਿਹਨੀ ਤੌਰ ਤੇ ਗੁਲਾਮ ਹੋ ਚੁੱਕੇ ਹੈ, ਔਰ ਇਸ ਗੁਲਾਮੀ ਦਾ ਫਾਇਦਾ ਉਹ ਲੋਕ ਉਠਾਉਂਦੇ ਨੇ ਜਿਹੜੇ ਲੋਕ ਤੁਹਾਡੀ ਸੰਗਲੀ ਫੜ ਕੇ, ਫਿਰ ਤੁਹਾਨੂੰ ਮਾਫ ਕਰਨਾ, ਸਮਾਜ ਦੀ ਗੱਲ ਕਰ ਰਿਹਾ, ਨਚਾਉਂਦੇ ਆ। ਉਹਨਾਂ ਨੂੰ ਪਤਾ ਹੁੰਦਾ ਅੰਦਰ ਦੀ ਕਮਜ਼ੋਰੀ ਦਾ, ਫਿਰ ਉਹ ਤੁਹਾਨੂੰ ਦੱਸਦੇ ਆ ਭਾਈ ਵੀ ਤੁਹਾਡੇ ਤੇ ਸ਼ਨੀਵਾਰ ਭਾਰੀ ਹੈ, ਤੁਹਾਡੇ ਤੇ ਵੀਰਵਾਰ ਭਾਰੀ ਹੈ, ਤੁਹਾਡੇ ਤੇ ਕਾਲਾ ਦੇਵਤਾ ਭਾਰੀ ਹੈ, ਤੁਹਾਡੇ ਤੇ ਗੋਰਾ ਦੇਵਤਾ ਭਾਰੀ ਹੈ। ਗੁਰੂ ਸਾਹਿਬ ਜੀ ਨੇ ਇੱਕ ਬਚਨ ਕਹਿ ਕੇ ਸਾਡੇ ਭੈ ਦੂਰ ਕਰ ਦਿੱਤੇ। ਇੱਕ ਪਾਸੇ ਬੰਦਾ ਏਡਾ ਕਰਮਕਾਂਡੀ ਹੈ ਕਿ ਪਾਣੀ ਵੀ ਪੁਣ ਪੁਣ ਕੇ ਪੀ ਰਿਹਾ, ਸਾਹ ਵੀ ਭੈ ਦੇ ਅਧੀਨ ਲੈ ਰਿਹਾ, ਡਰ ਡਰ ਕੇ ਲੈ ਰਿਹਾ। ਇੱਕ ਪਾਸੇ ਇੱਕ ਸ਼ਬਦ,
ਤੁਹਾਡੇ ਧੁਰ ਅੰਦਰੋਂ ਨਿਕਲਿਆ, ਹਿਰਦੇ 'ਚੋਂ ਨਿਕਲਿਆ, ਪ੍ਰੇਮ ਵਿੱਚ ਭਿੱਜ ਕੇ ਨਿਰਭਉ ਸਤਿਗੁਰੂ ਜੀ ਨੂੰ ਸਿਮਰਦਿਆਂ ਸਿੱਖ ਨੇ ਕਿਹਾ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਕਰਮਕਾਂਡ ਇੱਕ ਸ਼ਬਦ ਦੇ ਤੁੱਲ ਨਹੀਂ ਹੋ ਸਕਦੇ, ਬਰਾਬਰੀ ਨਹੀਂ ਕਰ ਸਕਦੇ ਗੁਰਮੁਖੋ। ਮਾਣ ਕਰਿਓ ਕਿੱਦਾਂ ਇੱਕ ਬਚਨ ਨਾਲ ਗੁਲਾਮੀ, ਇੱਕ ਸ਼ਬਦ ਨਾਲ ਜਿਹਦੇ ਵਿੱਚ ਵਿਸਮਾਦ ਹੈ, ਜਿਹਦੇ ਅੰਦਰ ਸਾਹਿਬ ਦੇ ਪਰਮੇਸ਼ਰ ਦੇ ਅਨੰਤ ਗੁਣ ਸਮੋਏ ਹੋਏ ਨੇ। ਵਾਹਿਗੁਰੂ ਸਿਰਫ ਇੱਕ ਅੱਖਰ ਨਹੀਂ, ਗੁਣੀ ਨਿਧਾਨ ਦਾ ਸਰੂਪ ਹੈ ਵਾਹਿਗੁਰੂ। ਸਾਗਰ ਦੀ ਥਾਹ ਪਾਈ ਜਾ ਸਕਦੀ ਹੈ, ਪਾਣੀ ਮਾਪਿਆ ਜਾ ਸਕਦਾ ਹੈ, ਪਰ ਵਾਹਿਗੁਰੂ ਸ਼ਬਦ ਦੇ ਵਿਸਮਾਦ ਦੇ ਗੁਣਾਂ ਦਾ ਕੋਈ ਪਾਰਾਵਾਰ ਨਹੀਂ। ਤੇ ਜਦੋਂ ਸਿੱਖ ਪ੍ਰੇਮ 'ਚ ਭਿੱਜ ਕੇ ਵਾਹਿਗੁਰੂ ਕਹਿੰਦਾ, ਉਹ ਗੁਣੀ ਨਿਧਾਨ ਵਿੱਚ ਓਤ-ਪੋਤ ਹੁੰਦਾ। ਉਹਨੂੰ ਜ਼ਿੰਦਗੀ 'ਚ ਕਿਸੇ ਕਰਮਕਾਂਡ ਦੀ, ਕਿਸੇ ਖੌਫ ਦਾ ਕੋਈ ਸਿਰ ਦੇ ਉੱਤੇ ਭੈ ਨਹੀਂ ਰਹਿੰਦਾ ਜੀ। ਕਿੰਨਾ ਸੁਖਾਲਾ ਜੀਵਨ ਹੈ ਸਾਧ ਸੰਗਤ। ਗੁਰੂ ਸਾਹਿਬ ਜੀ ਕਹਿ ਰਹੇ, ਜਿਹੜਾ ਤੁਸੀਂ ਬਚਨ ਸੁਣਿਆ, ਸਿਮਰਤ ਨਾਮ ਕੋਟ ਜਤਨ ਪਏ। ਇੱਕ ਪਾਸੇ ਕੋਟ ਜਤਨ, ਕੋਟ ਸ਼ਬਦ ਦਾ ਅਰਥ ਹੈ ਕਰੋੜਾਂ, ਵੈਸੇ ਕਈ ਰੂਪਾਂ 'ਚ ਕੋਟ ਸ਼ਬਦ ਆਇਆ, ਮੈਂ ਇਸ ਵਿਸਥਾਰ 'ਚ ਨਾ ਜਾਵਾਂ। ਇੱਥੇ ਜੋ ਕੋਟ ਦਾ ਅਰਥ ਹੈ ਉਹ ਹੈ ਕਰੋੜਾਂ, ਬਹੁਵਚਨ ਸ਼ਬਦ। ਇੱਕ ਪਾਸੇ ਕਰੋੜਾਂ ਜਤਨ ਨੇ ਤੇ ਇੱਕ ਪਾਸੇ ਕੀ ਹੈ ਜੀ, ਸਿਮਰਤ ਨਾਮ। ਤੁਸੀਂ ਇੱਕ ਵਾਰੀ ਵਾਹਿਗੁਰੂ ਕਿਹਾ ਤੇ ਤੁਹਾਨੂੰ ਕਰੋੜਾਂ ਯਤਨਾਂ ਦੀ ਲੋੜ ਨਹੀਂ। ਉਹ ਸਾਰਾ ਕੁਝ ਵਾਹਿਗੁਰੂ ਜਪਣ ਵਾਲੇ ਦੇ ਪੈਰਾਂ ਵਿੱਚ ਆਪਣੇ ਆਪ ਹੀ ਤੁਰਿਆ ਫਿਰ ਰਿਹਾ। ਧੰਨ ਨੇ ਉਹ ਗੁਰਮੁਖ ਰੂਹਾਂ ਜਿਨ੍ਹਾਂ ਨੂੰ ਸਾਹਿਬ ਨੇ ਦਾਤ ਦਿੱਤੀ ਹੈ, ਊਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੈ। ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਧੰਨ ਨੇ ਉਹ ਗੁਰਮੁਖ। ਇੱਕ ਵਾਰੀ ਵਾਹਿਗੁਰੂ ਕਿਹਾ, ਜੰਮ ਭੱਜ ਕੇ, ਡਰ ਖਤਮ ਹੋ ਕੇ। ਸਿੱਖ ਕਿਉਂ ਬੇਖੌਫ ਹੋ ਕੇ ਕਹਿੰਦਾ ਮੈਂ ਕਿਉਂ ਡਰਾਂ, ਮੈਂ ਕਿਉਂ ਕਰਮਕਾਂਡਾਂ 'ਚ ਫਸਾਂ? ਉਹਦੇ ਕੋਲ ਸ਼ਕਤੀ ਹੈ ਵਾਹਿਗੁਰੂ ਨਾਮ ਦੀ। ਦੁਨੀਆ ਡਰ ਰਹੀ ਹੈ ਜੀ, ਬਹੁਤ ਭੈ ਭੀਤ ਹੋ ਰਹੀ ਹੈ। ਐਸੀ ਮਾਨਸਿਕਤਾ ਹੈ। ਤੁਸੀਂ ਵੀ ਸਮਾਜ ਵਿੱਚ ਰਹਿੰਦੇ ਹੋ, ਨਿਤ ਨਵੇਂ-ਨਵੇਂ ਰੂਪ ਵੇਖਣ ਨੂੰ ਮਿਲਦੇ ਆ। ਕੋਈ ਕਾਲੇ ਧਾਗੇ ਬੰਨ੍ਹ ਕੇ ਭੈ ਦੂਰ ਕਰ ਰਿਹਾ, ਕੋਈ ਕਾਲੇ ਟਿੱਕੇ ਲਾ ਕੇ ਭੈ ਦੂਰ ਕਰ ਰਿਹਾ, ਕੋਈ ਪਖੰਡੀ ਦੇ ਦਿੱਤੇ ਹੋਏ ਤਵੀਤ ਤੇ ਕਾਗਜ਼ ਤੇ ਲਿਖੇ ਹੋਏ ਜੰਤਰ ਮੰਤਰ ਲਿਖ ਕੇ ਆਪਣਾ ਭੈ ਨੂੰ। ਹੁਣ ਹੈ ਤੇ ਭੈ ਹੀ ਹੈ ਨਾ ਜੀ, ਹੈ ਤੇ ਅੰਦਰੋਂ ਡਰਿਆ ਹੀ ਹੋਇਆ ਨਾ ਬੰਦਾ। ਤੇ ਡਰਿਆ ਹੋਇਆ ਮਨੁੱਖ ਕਿਸੇ ਨਾ ਕਿਸੇ ਦੇ ਧੱਕੇ ਚੜ ਜਾਂਦਾ। ਅਗਲਾ ਉਹਨੂੰ ਲੁੱਟਦਾ ਵੀ ਹੈ ਤੇ ਉਹਨੂੰ ਕੁਰਾਹੇ ਵੀ ਪਾ ਕੇ ਰੱਖਦਾ। ਜਿੱਦਣ ਗੁਰੂ ਦੇ ਗਿਆਨ ਵਾਲਾ ਦੀਵਾ ਜਗ ਗਿਆ, ਸਾਰੇ ਭੈ ਖਤਮ, ਸਾਰੇ ਭੈ ਖਤਮ। ਕਿਸੇ ਭਰਮ ਵਿੱਚ ਮਨੁੱਖ ਪੈਂਦਾ ਹੀ ਨਹੀਂ। ਸਾਧ ਸੰਗਤ, ਸਾਧ ਸੰਗ ਮਿਲ ਹਰ ਗੁਣ ਗਾਏ, ਜਮ ਦੂਤ ਨਾ ਕੋ ਤਰਾਸੇ। ਫਿਰ ਜਮਾਂ ਦਾ ਵੀ ਡਰ ਨਹੀਂ ਰਹਿੰਦਾ ਜੀ। ਸੰਗਤ ਮਿਲ ਜੇ ਤੇ ਤੇਰਾ ਨਾਮ ਮਿਲ ਜੇ, ਬਸ ਪਾਤਸ਼ਾਹ। ਭੈਣੋ, ਮੈਂ ਬੇਨਤੀ ਕਰਦਾ ਤੁਹਾਨੂੰ, ਸਾਡੇ ਘਰਾਂ ਚੋਂ ਸਾਰੇ ਭਰਮ ਮਿਟ ਜਾਣਗੇ, ਕੋਈ ਡਰ ਨਹੀਂ ਤੁਹਾਨੂੰ ਸਤਾਏਗਾ। ਭਾਵੇਂ ਉੱਥੇ ਖੂਨ ਦੇ ਛੱਟੇ ਪੈ ਜਾਣ, ਭਾਵੇਂ ਉੱਥੇ ਹਲਦੀ ਡੋਲ ਜਾਏ, ਭਾਵੇਂ ਉੱਥੇ ਲਾਲ ਰੰਗ ਦਾ ਕੱਪੜਾ ਹੋਵੇ, ਭਾਵੇਂ ਕੋਈ ਨਾਰੀਅਲ ਸੁੱਟ ਜਾਵੇ, ਕਿਸੇ ਕਿਸਮ ਦੀ ਚਿੰਤਾ ਨਹੀਂ ਕਰਨੀ। ਦੋ ਚੀਜ਼ਾਂ ਮੰਗ ਲਿਓ, ਇੱਕ ਸੰਗਤ ਮਿਲੇ, ਇੱਕ ਵਾਹਿਗੁਰੂ ਜੀ ਦਾ ਨਾਮ ਮਿਲੇ। ਮੋਟੀ ਜੀ ਗੱਲ ਸਮਝ ਲਓ ਬਸ। ਤੇਰੀ ਯਾਦ ਹੋਵੇ, ਤੇਰਾ ਭਰੋਸਾ ਹੋਵੇ, ਤੇਰੀ ਟੇਕ ਹੋਵੇ, ਤੇ ਸੱਚੇ ਪਾਤਸ਼ਾਹ ਫਿਰ ਹੋਰ ਕਿਸੇ ਦੀ, ਕੀ ਕਹਿੰਦਾ ਸਿੱਖ, ਪਰਵਾਹ ਨਹੀਂ ਕਿਸੇ ਕੇ। ਜਮਾਂ ਦਾ ਵੀ ਖੌਫ ਨਹੀਂ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਹੁਣ ਸ਼ਰਨ ਕੀ ਹੈ? ਸਿਦਕ। ਸ਼ਰਨ ਕੀ ਹੈ? ਸਿਰਫ ਮੱਥਾ ਟੇਕਣਾ ਨਹੀਂ, ਚੱਲ ਕੇ ਆਉਣਾ ਨਹੀਂ। ਉਹ ਤੇ ਕਈ ਥਾਵਾਂ ਤੇ ਤੁਰੇ ਫਿਰ ਰਹੇ ਆ। ਸ਼ਰਨ ਹੈ ਦ੍ਰਿੜਤਾ, ਸ਼ਰਨ ਹੈ ਭਰੋਸਾ। ਕੀ ਕਰੀਏ ਜੀ, ਦੁਖੀ ਬੜੇ ਆ। ਇਹੀ ਕਹਿੰਦੇ ਆ ਨਾ ਜੀ, ਕੀ ਕਰੀਏ ਜੀ, ਦੁਖੀ ਬੜੇ ਆ। ਕੱਲ ਸਿੱਖ ਕੌਮ ਦੇ ਮਹਾਨ ਸ਼ਹੀਦਾਂ ਨੂੰ ਆਪਾਂ ਚੇਤੇ ਕੀਤਾ। ਸਨਮਾਨਯੋਗ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਹਾੜਾ ਸੀ ਤੇ ਭਾਈ ਸੁਖਜਿੰਦਰ ਸਿੰਘ ਸੁੱਖਾ, ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ ਸ਼ਹੀਦੀ ਦਿਹਾੜਾ ਸੀ। 1992 9 ਅਕਤੂਬਰ ਫਾਂਸੀ ਨੂੰ ਚੁੰਮਿਆ। ਮੌਤ ਦਾ ਡਰ ਹੀ ਨਹੀਂ ਉਹਨਾਂ ਨੂੰ।
ਸਭ ਤੋਂ ਵੱਡਾ ਡਰ ਤੇ ਹੀ ਹੁੰਦਾ ਨਾ, ਫਾਂਸੀਆਂ ਤੇ ਝੂਲਣ ਦਾ ਡਰ ਨਹੀਂ ਉਹਨਾਂ ਨੂੰ, ਖੋਪਰੀ ਲੈ ਜਾਣ ਦਾ ਡਰ ਨਹੀਂ ਉਹਨਾਂ ਨੂੰ। ਅਸੀਂ ਕਹਿੰਦੇ ਹਾਂ ਜੀ ਕੀ ਦੱਸੀਏ ਜੀ, ਦੁੱਖ ਬੜਾ ਸੀ ਤਾਂ ਕਰਕੇ ਅਸੀਂ ਭਟਕ ਗਏ, ਤਾਂ ਕਰਕੇ ਅਸੀਂ ਕਿਸੇ ਨਾ ਕਿਸੇ ਪਖੰਡੀ ਦੇ ਜਾਲ ਵਿੱਚ ਫਸ ਗਏ। ਨਹੀਂ ਕਰੋ, ਸਾਡੇ ਤੇ ਅਜੇ ਦੁੱਖ ਨੇੜਿਓਂ ਦੀ ਵੀ ਨਹੀਂ ਨਿਕਲਿਆ। ਜਦੋਂ ਅਸੀਂ ਗੁਰਸਿੱਖਾਂ ਦੇ ਜੀਵਨ ਵੱਲ ਝਾਤ ਮਾਰਾਂਗੇ ਤੇ ਦੁੱਖ ਦੇ ਪਹਾੜ ਟੁੱਟੇ ਹੋਏ ਨੇ, ਪਰ ਉਹਨਾਂ ਦਾ ਸਿਦਕ ਬੜਾ ਪੱਕਾ ਹੈ। ਜਿਸਮ ਟੁੱਟ ਸਕਦਾ ਹੈ, ਇਹ ਗਰਦਨ ਦੀ ਘੰਡੀ ਫਾਂਸੀ ਲੱਗ ਕੇ ਇਹ ਟੁੱਟ ਸਕਦੀ ਹੈ। ਉਹ ਸ਼ੈਲ ਸ਼ਬੀਲੇ ਸੋਹਣੇ ਖੂਬਸੂਰਤ ਅਤ ਸੁੰਦਰ ਹੀਰਿਆਂ ਵਰਗੇ ਭਾਈ ਸੁੱਖਾ ਭਾਈ ਜਿੰਦਾ, ਜਿਸਮ ਟੁੱਟ ਸਕਦਾ ਹੈ, ਖੋਪਰੀ ਟੁੱਟ ਸਕਦੀ ਹੈ, ਪਰ ਸਿਦਕ ਨਹੀਂ ਟੁੱਟ ਸਕਦਾ। ਇਸ ਲਈ ਮੌਤ ਦਾ ਵੀ ਖੌਫ ਨਹੀਂ ਹੈ। ਇਹ ਸਿੱਖ ਮੌਤ ਦੇ ਵੀ ਭੈ ਨੂੰ ਜਿੱਤ ਜਾਂਦਾ ਜਦੋਂ, ਫਿਰ ਉਹ ਦੁੱਕੀ ਤਿੱਕੀ ਆ ਪਖੰਡੀਆਂ ਦੇ ਕੋਲ ਕਿਉਂ ਭਟਕੇਗਾ। ਗੁਰਪੂਰਾ ਭੇਟਿਓ ਵਡਭਾਗੀ, ਅਭਾਗੇ ਨੇ, ਨਕਰਮੇ ਨੇ ਜਿਨ੍ਹਾਂ ਨੇ ਅਜੇ ਗੁਰੂ ਦੇ ਉੱਤੇ ਸਿਦਕ ਹੀ ਨਹੀਂ ਲਿਆਂਦਾ, ਜਿਨ੍ਹਾਂ ਦੇ ਅੰਦਰ ਅਜੇ ਭਰੋਸਾ ਹੀ ਨਹੀਂ ਪੱਕਾ ਹੋਇਆ। ਅਸੀਂ ਦੁੱਖਾਂ ਦੀ ਬਾਤ ਕਰਦੇ ਹਾਂ। ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਹਜ਼ੂਰ ਦਾ 22 ਤਰੀਕ ਨੂੰ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ। ਸਾਰੇ ਬੜੀ ਭਾਵਨਾ ਨਾਲ, ਸ਼ਰਧਾ ਨਾਲ ਕੌਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੀਆਂ ਅੰਮ੍ਰਿਤਸਰ ਸਾਹਿਬ ਦੀਆਂ ਸਭਾ ਸੁਸਾਇਟੀਆਂ, ਦੁਨੀਆ ਭਰ ਵਿੱਚ ਵਸਦੇ ਸਿੱਖ ਬੜੇ ਤਤਪਰ ਨੇ। ਕਿੰਨੀ ਸ਼ਰਧਾ ਮਾਹ ਆ। ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹੈ। ਹੁਮ ਹੁਮਾ ਕੇ ਸੰਗਤਾਂ ਪਹੁੰਚ ਰਹੀਆਂ। ਹੁਣ ਜਦੋਂ ਅਸੀਂ ਗੁਰੂ ਰਾਮਦਾਸ ਹਜ਼ੂਰ ਦਾ ਜੀਵਨ ਵੇਖਦੇ ਹਾਂ ਤੇ ਦੁਨੀਆ ਦਾ ਕਿਹੜਾ ਦੁੱਖ ਗੁਰੂ ਰਾਮਦਾਸ ਜੀ ਦੇ ਜੀਵਨ 'ਚ ਨਹੀਂ ਆਇਆ ਜੀ। ਗਰੀਬੀ ਗੁਰਬਤ ਵੀ ਆਈ, ਮਾਪਿਆਂ ਦਾ ਵਿਛੋੜਾ ਵੀ ਪਿਆ, ਦੁਨੀਆ ਦੇ ਮਿਹਣੇ ਵੀ ਝੱਲਣੇ ਪਏ, ਪਰ ਕਮਾਲ ਹੋ ਗਈ ਜੀ। ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ, ਤਾਕਤ ਕੀ ਮਿਲੀ, ਕਰ ਦਇਆ ਨਾਮ ਪ੍ਰਗਾਸ। ਜਿੱਥੇ ਨਾਮ ਪ੍ਰਗਾਸ ਹੈ ਉੱਥੇ ਝੋਰਾ, ਚਿੰਤਾ, ਖੌਫ ਕੋਈ ਨਹੀਂ ਆਉਂਦਾ। ਭੈਣੋ, ਤੁਹਾਡੀ ਗੋਦੀ ਵਿੱਚ ਜਿਹੜਾ ਚੁੱਕਿਆ ਹੋਇਆ ਬਾਲ, ਵਾਹਿਗੁਰੂ ਤੁਹਾਨੂੰ ਖੁਸ਼ੀਆਂ ਦੇਵੇ, ਹਰ ਗ੍ਰਸਤੀ ਦੀ ਝੋਲੀ 'ਚ ਸੁੱਖ ਪਾਵੇ। ਪਰ ਜਦੋਂ ਅਸੀਂ ਪਿਆਰੇ ਜੇ ਆਪਣੇ ਬਾਲਾਂ ਨੂੰ ਲਾੜ ਲਡਾਉਂਦੇ ਆ ਨਾ ਜੀ, ਉਹਨਾਂ ਦੇ ਮੁਹਾਂਦਰੇ ਵਿੱਚੋਂ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਝਲਕ ਪੈਣੀ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ, ਜਦੋਂ ਸਿੱਖ ਆਉਣਗੇ ਨਾ ਮੇਰੇ ਕੋਲ, ਤੇ ਜਦੋਂ ਇਹ ਆਪਣੇ ਬਾਲਾਂ ਨੂੰ, ਆਪਣੇ ਬੱਚਿਆਂ ਨੂੰ ਗੋਦੀ ਲੈ ਕੇ, ਉਂਗਲੀ ਲਾ ਕੇ ਲੈ ਕੇ ਆਉਣਗੇ, ਇਹ ਸੁੰਦਰ ਕੌਰ, ਸਾਹਿਬ ਕੌਰ ਜੀ, ਮੈਂ ਇਹਨਾਂ ਦੇ ਚਿਹਰਿਆਂ ਵਿੱਚੋਂ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਵੇਖਿਆ ਕਰਾਂਗਾ। ਤੇ ਜੇ ਅਸੀਂ ਉਹਨਾਂ ਦੀ ਮਾਨਸਿਕਤਾ ਹੁਣੇ ਅਸੀਂ ਕਿਸੇ ਦੀ ਗੁਲਾਮ ਬਣਾ ਦਿੱਤੀ, ਉਹਨਾਂ ਵਿੱਚੋਂ ਕਿਵੇਂ ਅਕਸ ਦਿਸੇਗਾ ਮੌਤ ਨੂੰ ਜਿੱਤਣ ਵਾਲਿਆਂ ਦਾ, ਨਿਰਭਉ ਸੂਰਮਿਆਂ ਵਾਲਾ ਅਕਸ ਕਿਵੇਂ ਦਿਸੇਗਾ ਜੀ, ਕਿਵੇਂ ਉਭਾਰ ਸਾਹਮਣੇ ਆਏਗਾ ਜੀ। ਕਾਲਾ ਟਿੱਕਾ ਮੱਥੇ ਤੇ ਹੋਇਆ, ਕਾਲਾ ਧਾਗਾ ਗੁੱਟ ਤੇ, ਗਿੱਟੇ ਤੇ, ਪਤਾ ਨਹੀਂ ਜੀ। ਮੈਂ ਕੱਲ ਇੱਕ ਵੇਖਿਆ ਬੱਚਾ, ਬਾਹਾਂ ਦੋਨਾਂ ਤੇ, ਦੋਨਾਂ ਗਿੱਟਿਆਂ ਤੇ, ਮੱਥੇ ਤੇ ਪੰਜ ਕਾਲਖੰਭ ਪੋਤੀਆਂ ਹੋਈਆਂ ਸੀ। ਕਿਉਂ? ਗੁਰੂ ਸਾਹਿਬ ਜੀ ਨੂੰ ਪੁੱਛੀਏ ਨਾ ਤੇ ਸਤਿਗੁਰੂ ਜੀ ਕਹਿੰਦੇ, ਜੇ ਵਾਹਿਗੁਰੂ ਆਖੀਏ ਨਾ ਕੋਈ ਤੰਤਰ ਮੰਤਰ ਦਾ ਡਰ ਰਹਿੰਦਾ, ਨਾ ਕਿਸੇ ਨਜ਼ਰ ਲੱਗਣ ਦਾ ਡਰ ਰਹਿੰਦਾ। ਸਿੱਖ ਵਾਸਤੇ ਕੋਈ ਤੰਤਰ ਮੰਤਰ ਨਹੀਂ, ਕੋਈ ਨਜ਼ਰ ਨਹੀਂ, ਕੋਈ ਨਰਕ ਨਹੀਂ, ਕੋਈ ਜਮਦੂਤ ਨਹੀਂ। ਸਿੱਖ ਦੇ ਨੇੜੇ ਆ ਹੀ ਨਹੀਂ ਸਕਦੇ ਜੀ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸ਼ਰਨੀ ਪਾਇਆ। ਫਿਰ ਉਹਨੂੰ ਕਹਦਾ, ਉਹਨੂੰ ਕੀ ਮਤਲਬ ਜੀ ਇਹਨਾਂ ਚੀਜ਼ਾਂ ਨਾਲ। ਰਾਮ ਨਾਮ ਜੋ ਜਨ ਜਪੈ। ਮੈਂ ਖਾਸ ਕਰਕੇ ਭੈਣੋ ਤੁਹਾਨੂੰ ਬੇਨਤੀ ਕਰ ਰਿਹਾ, ਜਿਨ੍ਹਾਂ ਦੇ ਘਰਾਂ 'ਚ ਵਾਹਿਗੁਰੂ ਜੀ ਦਾ ਨਾਮ ਹੈ, ਉੱਥੇ ਕਿਸੇ ਦਾ ਕੋਈ ਭੈ ਨਹੀਂ ਰਹਿੰਦਾ। ਇਹ ਸਤਿਗੁਰੂ ਜੀ ਕਹਿ ਰਹੇ ਨੇ, ਮੇਰੇ ਉੱਤੇ ਵਿਸ਼ਵਾਸ ਭਾਵੇਂ ਨਾ ਕਰਿਓ। ਜਿਨ੍ਹਾਂ ਦੇ ਘਰਾਂ 'ਚ ਪਰਮੇਸ਼ਰ ਦੀ ਯਾਦ ਹੈ, ਸਿਦਕ ਦ੍ਰਿੜ ਹੈ ਜਿਨ੍ਹਾਂ ਦਾ, ਰਾਮ ਨਾਮ ਜੋ ਜਨ ਜਪੈ ਆਨ ਦਿਨ ਸਦ ਜਾਗੈ। ਜਿਹੜੇ ਅੰਦਰੋਂ ਚੇਤਨ ਨੇ, ਜਿਨ੍ਹਾਂ ਨੇ ਅੱਖਾਂ ਮੀਟੀਆਂ ਹੋਈਆਂ, ਉਹ ਵਰਗਲਾਏ ਗਏ ਨੇ, ਉਹ ਠੱਗੇ ਗਏ ਨੇ, ਉਹ ਲੁੱਟੇ ਗਏ ਨੇ। ਹੱਥ ਬੰਨ੍ਹ ਕੇ ਅਰਜ਼ ਕਰਦਾ, ਪੰਥ ਦੇ ਵਾਰਸਾਂ ਨੂੰ ਵੀ ਕਰਨਾ,
ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕੌਮ ਦਾ ਪਹਿਰੇਦਾਰ ਹੋਣ ਦੇ ਨਾਤੇ, ਮੈਂ ਥਾਂ ਥਾਂ ਤੇ ਅਰਜ਼ ਕਰ ਰਿਹਾ, ਸੁਚੇਤ ਹੋਵੋ। ਪੰਜਾਬ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਤੇ ਧੋਖਾ ਹੋ ਰਿਹਾ, ਫਰਾਡ ਹੋ ਰਿਹਾ, ਔਰ ਮੈਨੂੰ ਕਈ ਵਾਰੀ ਇੱਦਾਂ ਲੱਗਦਾ ਕਿ ਇਹਦੇ ਤੋਂ ਵੱਡਾ ਦੁਨੀਆ ਤੇ ਝੂਠ ਕੋਈ ਨਹੀਂ ਜਿਹੜਾ ਪੰਜਾਬ 'ਚ ਫੈਲਾਇਆ ਜਾ ਰਿਹਾ ਕਿ ਅਸੀਂ ਪ੍ਰੇ ਕਰਾਂਗੇ ਤੇ ਤੁਹਾਡੇ ਭੂਤ ਨਿਕਲ ਜਾਣਗੇ। ਪਿੰਡ ਪਿੰਡ ਵਿੱਚ ਬੜਾ ਜ਼ੋਰ ਹੈ, ਮਾਝੇ 'ਚ ਤੇ ਦੁਆਬੇ 'ਚ ਜ਼ਿਆਦਾ ਹੋ ਗਿਆ। ਹੁਣ ਜਿਹੜੀ ਬਿਮਾਰੀ ਫੈਲੀ ਹੋਵੇ ਨਾ, ਉਹਦਾ ਪ੍ਰਚਾਰ ਹੁੰਦਾ ਨਾ ਵੀ ਬਚੋ ਬਚੋ ਬਚੋ। ਕਰੋਨਾ ਆਇਆ ਸੀ ਤੇ ਸੁਣ ਸੁਣ ਕੇ ਕੰਨ ਅੱਕ ਗਏ, ਅਜੇ ਵੀ ਟੈਲੀਫੋਨ ਸਾਡਾ ਬੋਲੀ ਜਾਂਦਾ ਬਚੋ ਬਚੋ। ਇਹ ਝੂਠ ਦੀ ਬਿਮਾਰੀ ਫੈਲੀ ਹੋਈ ਆ ਹੁਣ ਇਸ ਵੇਲੇ ਪੰਜਾਬ 'ਚ। ਇੱਕ ਤੇ ਸਰੀਰਕ ਰੋਗ ਫੈਲੇ ਤੇ ਸਰਕਾਰਾਂ ਨੇ ਵੀ ਰੌਲਾ ਪਾਇਆ, ਇੱਕ ਮਾਨਸਿਕ ਰੋਗ ਫੈਲਿਆ ਹੋਇਆ, ਉਹਦੇ ਲਈ ਰੌਲਾ ਪਾਉਣਾ ਤੁਹਾਡਾ ਕਰਮ ਹੈ ਧਰਮੀਆਂ ਦਾ। ਸਰਕਾਰਾਂ ਸਿਰਫ ਤੁਹਾਡੇ ਸਰੀਰ ਵੱਲ ਵੇਖਦੀਆਂ ਨੇ, ਗੁਰੂ ਤੁਹਾਡੀ ਆਤਮਿਕ ਅਵਸਥਾ ਵੱਲ ਵੀ ਵੇਖਦਾ। ਹੁਣ ਬੜੇ ਵੱਡੇ ਪੱਧਰ ਦੇ ਉੱਤੇ ਬਹੁਤ ਵੱਡਾ ਧੋਖਾ ਹੋ ਰਿਹਾ ਵੀ ਅਸੀਂ ਪ੍ਰੇ ਕਰਾਂਗੇ ਤੁਹਾਡੀਆਂ ਪੱਥਰੀਆਂ ਨਿਕਲ ਜਾਣਗੀਆਂ, ਤੁਹਾਡੇ ਕੈਂਸਰ ਹਟ ਜਾਣਗੇ, ਤੁਹਾਡਾ ਆਹ ਬਿਮਾਰੀ ਠੀਕ ਹੋ ਜਾਏਗੀ। ਆ ਫਿਰਦੇ ਪਿੰਡ ਪਿੰਡ ਵਿੱਚ। ਮੇਰਾ ਵੀ ਵਾਹ ਪਿਆ ਸੀ ਇੱਕ ਨਾਲ, ਉਹਨੇ ਆਪੇ ਏਡੇ ਏਡੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਲਾਈ ਹੋਈ ਸੀ ਭਾਈ ਨੇ, ਤੇ ਲੋਕਾਂ ਦੇ ਦੁੱਖ ਦੂਰ ਕਰਨ ਦੀਆਂ, ਆਤਮਾਵਾਂ ਕੱਢਣ ਦਾ ਉਹ ਧੋਖਾ ਦੇ ਰਿਹਾ ਸੀ, ਸਾਰੇ ਦੁੱਖ ਦੂਰ। ਔਰ ਬੜੇ ਸਿੱਖਿਅਤ ਲੋਕ ਲਿਆਂਦੇ ਹੁੰਦੇ ਆ, ਵੇਖਿਆ ਕਿੱਦਾਂ ਨੱਚਦੇ ਤੜਫਦੇ ਫਿਰ ਲੰਮੇ ਪੈ ਜਾਂਦੇ, ਦੇਖਿਆ ਡਰਾਮਾ ਜੀ। ਮੈਂ ਉਹ ਵੀਰ ਨੂੰ ਕਿਹਾ ਵੀ ਪਹਿਲਾਂ ਆਪਣੀਆਂ ਅੱਖਾਂ ਠੀਕ ਕਰ ਲੈ, ਤੇਰੀ ਐਨਕ ਉਤਰ ਜੇ ਭਰਾਵਾ, ਉਹਦੀਆਂ ਕਿਡਨੀਆਂ ਠੀਕ ਕਰਨ ਤੋਂ ਪਹਿਲਾਂ। ਹੁਣ ਹੈ ਕੀ ਹੈ, ਵੈਸੇ ਤੇ ਕਾਨੂੰਨਨ ਤੌਰ ਤੇ ਝੂਠ ਦੇ ਆਧਾਰ ਤੇ ਦੁਨੀਆ ਨੂੰ ਵਰਗਲਾਉਣਾ, ਧਰਮ ਕਨਵਰਟ ਕਰਨਾ, ਇਹ ਕਾਨੂੰਨਨ ਗੁਨਾਹ ਹੈ। ਪਰ ਜਿੱਥੇ ਖੋਰਾ ਸਿੱਖੀ ਨੂੰ ਲੱਗ ਰਿਹਾ ਹੋਵੇ ਉੱਥੇ ਕਾਨੂੰਨ ਬਦਲ ਜਾਂਦੇ ਆ। ਬਾਕੀ ਬਾਹਰ ਹੋਰ ਕੁਝ ਹੈ, ਇੱਥੇ ਕੁਝ ਹੋਰ ਹੋ ਰਿਹਾ। ਉਹ ਚੋਰ ਕਿਉਂ ਲੱਗ ਰਹੇ ਨੇ, ਉਹ ਦਗੇਬਾਜ਼ ਧੋਖੇਬਾਜ਼ ਕਿਉਂ ਛਲ ਕਰ ਰਹੇ ਨੇ, ਕਪਟ ਕਰ ਰਹੇ ਨੇ? ਕਿਉਂਕਿ ਸਾਡੇ ਅੰਦਰ ਭੈ ਹੈ, ਅਸੀਂ ਅੰਦਰੋਂ ਕਮਜ਼ੋਰ ਹੋ ਗਏ ਹਾਂ ਤੇ ਸਾਨੂੰ ਲੱਗਦਾ ਕਿ ਸੱਚੀ ਮੁੱਚੀ ਭੂਤ ਸਾਨੂੰ ਸਤਾ ਰਹੇ ਨੇ। ਤੇ ਜਿਹੜੇ ਆਏ ਨੇ ਨਾ ਇਹ ਵੱਖਰੇ ਕਿਸਮ ਦੇ ਕੱਪੜੇ ਪਾ ਕੇ, ਇਹਨਾਂ ਨੇ ਪ੍ਰੇ ਕਰਨੀ ਹੈ ਤੇ ਭੂਤ ਨਿਕਲ ਜਾਣੇ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ। ਜਾਗਰਤ ਹੋਵੇ ਸਿੱਖ, ਜਾਗਰਤ, ਜਿਹੜਾ ਅੰਦਰੋਂ ਚੇਤਨ ਹੈ, ਜਿਹੜਾ ਅੰਦਰੋਂ ਸੁਚੇਤ ਹੈ। ਫਿਰ ਪਤਾ ਕੀ ਹੁੰਦਾ, ਜਿਹੜਾ ਅੰਦਰੋਂ ਜਾਗਿਆ ਹੋਇਆ, ਵਾਹਿਗੁਰੂ ਤੇ ਭਰੋਸਾ ਟੱਲ ਹੈ, ਸਰਬ ਸ਼ਕਤੀਮਾਨ, ਸਰਬ ਕਲਾ ਸਮਰੱਥ ਪਰਮੇਸ਼ਰ, ਕਰਤਾ ਪੁਰਖ, ਕਰਨ ਕਾਰਨ ਪ੍ਰਭ ਏਕ ਹੈ, ਜਿਨ੍ਹਾਂ ਦਾ ਭਰੋਸਾ ਦ੍ਰਿੜ ਹੈ। ਤੇ ਫਿਰ ਮਹਾਰਾਜ ਕਹਿੰਦੇ ਤੰਤ ਮੰਤ ਨਾ ਜੋਹੀ ਤੇ ਚਾਖ ਨਾ ਲੱਗੇ। ਚਾਖ ਦਾ ਅਰਥ ਹੁੰਦਾ ਨਜ਼ਰ ਲੱਗਣੀ, ਫਿਰ ਉਹਨੂੰ ਨਜ਼ਰ ਨਹੀਂ ਲੱਗ ਸਕਦੀ, ਉਹਦੇ ਤੇ ਤੰਤਰ ਮੰਤਰ ਅਸਰ ਨਹੀਂ ਕਰ ਸਕਦੇ। ਭੈਣੋ, ਫਿਰ ਕੋਈ ਗਵਾਂਢਣ, ਕੋਈ ਆਲਾ ਦੁਆਲਾ ਸ਼ਰੀਕਾ ਬਰਾਦਰੀ ਤੁਹਾਡੇ ਉੱਤੇ ਜਾਦੂ ਮੰਤਰ ਨਹੀਂ ਕਰ ਸਕਦਾ। ਕਿਉਂ ਡਰ ਰਹੇ ਹਾਂ ਅਸੀਂ? ਜੇ ਕਰਤਾ ਇੱਕ ਹੈ, ਬੰਦਾ ਕਰਤਾ ਹੋ ਗਿਆ, ਫਿਰ ਤੇ ਸਾਰੀ ਦੁਨੀਆ ਨੂੰ ਮਾਰ ਲਿਆ। ਕੱਲ੍ਹ ਨੂੰ ਐਟਮੀ ਬੰਬ ਬਣਾ ਕੇ ਬੈਠਣਾ ਸੀ। ਬੜੇ ਤਾਂਤਰਿਕ ਬਿਠਾ ਲੈਂਦੇ, ਬਾਰਡਰਾਂ ਦੇ ਉੱਤੇ ਫੋਰਸਾਂ ਲਾਉਣ ਦੀ ਲੋੜ ਹੀ ਨਹੀਂ ਸੀ, ਆਪੇ ਤਾਂਤਰਿਕ ਹੀ ਮਾਰੀ ਜਾਂਦੇ ਵਿਰੋਧੀ ਤਾਕਤਾਂ ਨੂੰ। ਸ਼ਾਇਦ ਇਹ ਜਿਹੜੇ ਇੰਨਾ ਪੈਸਾ ਖਰਚ ਰਹੇ ਆ, ਜ਼ਹਿਰ ਦੀਆਂ ਪੇਟੀਆਂ ਲੋਕਾਂ ਦੇ ਘਰ ਆਉਣੀਆਂ, 2022 ਆਉਣ ਵਾਲਾ, ਸੁਚੇਤ ਹੋਵੋ ਤੁਸੀਂ। ਜਿਹੜੇ ਇੰਨਾ ਪੈਸਾ ਖਰਚ ਰਹੇ ਆ, ਉਹ ਕੋਈ 5-7 ਕਰੋੜ ਖਰਚ ਕੇ ਸਾਰੇ ਲੁਧਿਆਣੇ ਦੇ ਤਾਂਤਰਿਕ ਬਿਠਾ ਲੈਂਦੇ ਵੀ ਵਿਰੋਧੀ ਤੇ ਸਾਰੇ ਮਾਰੇ ਜਾਣਗੇ। ਨਿਰਾ ਝੂਠ ਹੈ। ਇਹਨਾਂ ਦੇ ਕੀਤਿਆਂ ਕੁਛ ਨਹੀਂ ਹੁੰਦਾ, ਆਪਣਾ ਕੀਤਾ ਕਛੂ ਨਾ ਹੋਵੇ, ਜਿਉ ਹਰ ਭਾਵੈ ਤਿਉ ਰੱਖੀਐ। ਮੇਰੇ ਹਰ ਜੀਓ ਸਭ ਕੋ ਤੇਰਾ ਵਸ, ਅਸਾਂ ਜੋਰ ਨਹੀਂ। ਅਸਾਂ ਸਮਰਪਣ, ਜਦੋਂ ਸਿੱਖ ਸਮਰਪਿਤ ਹੁੰਦਾ ਹੈ ਤੇ ਫਿਰ ਕਲਾ ਗੁਰੂ ਦੀ ਵਰਤਦੀ ਗੁਰਮੁਖੋ। ਇਹ ਵੱਡਾ ਖਤਰਾ ਹੈ, ਮੈਂ ਤਾਂ ਤੁਹਾਨੂੰ ਬੇਨਤੀ ਕਰ ਰਿਹਾ।
ਖਾਸ ਕਰਕੇ ਬਾਰਡਰ ਦੀ ਬੈਲਟ ਨੂੰ ਮੇਰੀ ਹੱਥ ਜੋੜ ਕੇ ਬੇਨਤੀ, ਫਿਰੋਜ਼ਪੁਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਸੁਚੇਤ ਹੋਵੋ ਗੁਰਮੁਖੋ, ਜਾਗਰੂਕ ਹੋਵੋ। ਝੂਠ ਦੀਆਂ ਪੰਡਾਂ ਲੈ ਕੇ ਪਿੰਡਾਂ ਦੇ ਪਿੰਡ ਧਰਮ ਤਬਦੀਲ ਕਰਨ ਦੇ ਯਤਨ ਹੋ ਰਹੇ ਆ, ਔਰ ਹੋ ਵੀ ਗਿਆ। ਕਿਹੜੇ ਦੁੱਖ ਦੀ ਗੱਲ ਕਰਦੇ ਆ? ਗੁਰੂ ਰਾਮਦਾਸ ਦੇ ਪਿਆਰੇ ਸਿੱਖੋ, ਇਹ ਦੁੱਖ ਸੁੱਖ ਤੇ ਜ਼ਿੰਦਗੀ ਦਾ ਹਿੱਸਾ ਨੇ ਇੱਕ। ਹਾਂ, ਜਿਹੜੀ ਗੱਲ ਗੁਰੂ ਰਾਮਦਾਸ ਸਿਖਾਉਂਦੇ ਆ ਉਹਨੂੰ ਪੱਲੇ 'ਚ ਬੰਨ੍ਹ ਲਓ ਬਈ। ਭਾਵੇਂ ਦੁੱਖ ਆਏ, ਪਰ ਗੁਰੂ ਰਾਮਦਾਸ ਜੀ ਕੋਲ ਕੀ ਸੀ? ਸਿਰੜ, ਹਾਲਾਤਾਂ ਨਾਲ ਜੂਝਣ ਦੀ ਸ਼ਕਤੀ, ਆਤਮ ਵਿਸ਼ਵਾਸ। ਗਰੀਬੀ ਆਈ, ਦੁਨਿਆਵੀ ਤੌਰ ਤੇ ਸ਼ਬਦ ਵਰਤੀਏ ਤੇ ਲੋਕਾਂ ਨੇ ਕਿਹਾ ਯਤੀਮ ਹੋ ਗਏ। ਸਿਰ ਤੇ ਛਾਬੜੀ ਚੁੱਕੀ, ਕਿਰਤ ਨਹੀਂ ਛੱਡੀ, ਰੱਜ ਕੇ ਕਿਰਤ ਕੀਤੀ, ਲੱਜਾ ਸੰਗ ਨਹੀਂ ਕੀਤੀ। ਲੋਕਾਂ ਨੇ ਬੜਾ ਕੁਛ ਕਿਹਾ, ਘੁੰਗਣੀਆਂ ਵੇਚਣ ਵਾਲਾ, ਘੁੰਗਣੀਆਂ ਵੇਚਣ ਵਾਲਾ। ਸਾਡੇ ਦਿਨ ਕਦੋਂ ਬਦਲਣਗੇ? ਜਦੋਂ ਅਸੀਂ ਲੋਕ ਲਾਜ ਛੱਡ ਕੇ ਸੱਚੀ ਸੁੱਚੀ ਕਿਰਤ ਦੇ ਉੱਤੇ ਆਵਾਂਗੇ। ਹੁਣ ਅਸੀਂ ਕਹਿੰਦੇ ਆ ਵੀ ਨਾ ਜੀ, ਜੇ ਅਸੀਂ ਛੋਲਿਆਂ ਦੀ ਰੇਹੜੀ ਲਾ ਲਈ, 버ਗਰ ਦੀ ਰੇਹੜੀ ਲਾ ਲਈ, ਬਿਹਾਰ ਦੇ ਵੀਰ ਆ ਕੇ ਕਮਾ ਰਹੇ ਆ। ਸਾਡਾ ਨੌਜਵਾਨ ਕਹਿੰਦਾ ਨਹੀਂ, ਮੇਰੇ ਦਿਨ ਤੇ ਕਿਸੇ ਤਾਂਤਰਿਕ ਨੇ ਬਦਲ ਦੇਣੇ। ਇਹ ਜ਼ਿੰਦਗੀ ਦਾ ਹਿੱਸਾ ਨੇ ਗੱਲਾਂ ਗੁਰਮੁਖੋ। ਇਹਨੂੰ ਅਸੀਂ ਛੱਡ ਕੇ ਦਸਮ ਦੁਆਰ ਤੇ ਨਾ ਪਹਿਲਾਂ ਪਹੁੰਚੀਏ, ਪਹਿਲਾਂ ਇਹਨੂੰ ਸਵਾਰਨ ਦਾ ਯਤਨ ਕਰੀਏ ਜੀ। ਚੱਲ ਲਾਂਗੇ, ਉੱਠ। ਹੁਣ ਗੁਰੂ ਨੇ ਤੇ ਆਹ ਕਹਿਣਾ। ਗੁਰੂ ਨੇ ਇਹ ਨਹੀਂ ਕਹਿਣਾ ਵੀ ਤੂੰ ਤਵੀਤ ਪਾ ਲਈ, ਤੂੰ ਧਾਗਾ ਪਾ ਲਈ। ਗੁਰੂ ਨੇ ਇਹ ਨਹੀਂ ਕਹਿਣਾ ਵੀ ਤੂੰ ਪਾਣੀ ਛਿੜਕ ਲਈ, ਤੂੰ ਸਵਾਹ ਸਿਰ 'ਚ ਪਾ ਲਈ। ਗੁਰੂ ਨੇ ਕੀ ਕਹਿਣਾ? ਚੱਲ ਲਾਂਗੇ, ਉੱਠ। ਅੰਮ੍ਰਿਤ ਵੇਲੇ ਉੱਠਿਆ ਕਰ ਤੇ ਕੀ ਕਰਿਆ ਕਰ? ਚੱਲ ਲਾਂਗੇ, ਉੱਠ। ਕਹੋ ਗੱਜ ਕੇ ਜੀ, ਚੱਲ ਲਾਂਗੇ, ਉੱਠ। ਨਾਮ ਜਪ। ਫਿਰ ਉਸ ਤੋਂ ਬਾਅਦ ਕੀ ਕਰਨਾ ਜੀ? ਸਾਰਾ ਦਿਨ ਰਾਤ ਕਿੱਦਾਂ ਲੰਘਾਉਣਾ? ਨਿਸ ਬਾਸਰ ਆਰਾਧ। ਰਸੋਈ 'ਚ ਹੋਵੋ, ਚੁੱਲ੍ਹੇ 'ਚ ਹੋਵੋ, ਚੁੱਲ੍ਹੇ ਦਾ ਕੰਮ 'ਚ ਹੋਵੋ, ਚੌਂਕੇ ਇੱਧਰ ਉੱਧਰ, ਬੈਡਰੂਮ ਸਫਾਈ, ਝਾੜ ਪੂੰਚਾ, ਸਬਜ਼ੀ ਕੱਟਦਿਆਂ, ਰੋਟੀਆਂ ਪਕਾਉਂਦਿਆਂ, ਦੁਕਾਨ ਤੇ ਬੈਠਿਆਂ, ਸਫ਼ਰ ਕਰਦਿਆਂ, ਖੇਤਾਂ 'ਚ ਫਿਰਦਿਆਂ। ਨਿਸ ਬਾਸਰ ਆਰਾਧ। ਕਾਰਾ ਤੁਝੇ ਨਾ ਵਿਆਪਈ। ਫਿਰ ਨਹੀਂ ਤੇਰੇ ਤੇ ਅਸਰ ਕਰਦਾ ਕੋਈ ਵੀ, ਭਾਵੇਂ ਜਮਦੂਤ ਆ ਜਾਣ, ਭਾਵੇਂ ਧਰਮਰਾਜ ਆ ਜਾਏ। ਫਿਰ ਜਮ ਕੰਕਰ ਨੇੜ ਨਾ ਆਇਆ। ਭਾਵੇਂ ਲਾਲ ਧਾਗੇ ਹੋਣ, ਭਾਵੇਂ ਕਾਲੇ ਹੋਣ, ਭਾਵੇਂ ਸੰਧੂਰ 'ਚ ਲਪੇਟੇ ਹੋਣ, ਭਾਵੇਂ ਹਲਦੀ 'ਚ ਲਪੇਟੇ ਹੋਣ, ਫਿਰ ਛੱਡ ਦੇ ਡਰ ਤੂੰ। ਪਰ ਬਾਣੀ ਤੋਂ ਗਿਆਨ ਲੈਣ ਦੀ ਬਜਾਏ ਇੱਥੇ ਬੰਦੇ ਬਾਣੀ ਨੂੰ ਵੀ ਮੰਤਰ ਬਣਾ ਕੇ ਗਲ 'ਚ ਪਾਉਣ ਲੱਗ ਪਏ। ਬਿਜ਼ਨਸ ਹੀ ਨਾ ਜੀ। ਨਹੀਂ, ਸੋਝੀ ਲਈਏ, ਨਿਰਭਉ ਹੋਈਏ, ਬੇਬਾਕ ਹੋਈਏ। ਗੁਰੂ ਰਾਮਦਾਸ ਜੀ ਕੋਲੋਂ ਇਹ ਸਿੱਖੀਏ ਕਿ ਹਾਲਾਤ ਮਾੜੇ ਵੀ ਆ ਜਾਣ, ਢੈਂਦੀ ਕਲਾ 'ਚ ਨਹੀਂ ਜਾਣਾ, ਕਿਰਤ ਨਹੀਂ ਛੱਡਣੀ, ਜੂਝਣਾ ਹਾਲਾਤਾਂ ਦੇ ਨਾਲ। ਭਾਵੇਂ ਸਿਰ ਤੇ ਛਾਬੜੀ ਲਾ ਕੇ ਅੱਜ ਦੇ ਨੌਜਵਾਨ ਨੂੰ ਕਹੋ, ਉਹ ਕਹਿੰਦਾ ਮੇਰਾ ਸਟੇਟਸ। ਜੋ ਗੁਰੂ ਅਮਰਦਾਸ ਜੀ ਦੇ ਘਰ ਵਿਆਹੇ ਗਏ, ਉਹਨਾਂ ਦੀ ਧੀ ਵੱਲ ਉਹਨਾਂ ਨੂੰ ਮਾਣ ਆ ਆਪਣੀ ਕਿਰਤ ਉੱਤੇ ਜੀ। ਸ਼ਰਮਿੰਦਗੀ ਤੇ ਵੇਲੜ ਹੋਣ ਵਿੱਚ ਹੈ, ਸ਼ਰਮਿੰਦਗੀ ਤੇ ਦੂਜਿਆਂ ਦੇ ਬੋਝ ਬਣ ਦਿੱਤੇ ਆ। ਕਿਸ ਗੱਲ ਦੀ ਚਿੰਤਾ? ਕਾਰਾ ਤੁਝੇ ਨਾ ਵਿਆਪਈ, ਨਾਨਕ ਮਿਟੈ ਉਪਾਦ। ਸਭ ਆਦੀਆਂ ਵਿਆਦੀਆਂ ਉਪਾਦੀਆਂ ਮਿਟ ਜਾਂਦੀਆਂ। ਬਾਣੀ ਤੇ ਗੁਰਮੁਖੋ ਆਤਮ ਵਿਸ਼ਵਾਸ ਹੈ। ਗੁਰੂ ਨਾਲ ਜੁੜਨ ਦਾ ਅਰਥ ਕੀ ਹੈ? ਸਾਡੇ ਅੰਦਰ ਆਤਮਿਕ ਬਲ ਆਉਣਾ, ਆਤਮਿਕ ਤੌਰ ਤੇ ਸੂਰਮੇ ਹੋਣਾ। ਕਿੰਨੀ ਸ਼ਕਤੀ ਭਰਦੇ ਜਦੋਂ ਮਹਾਰਾਜ ਕਹਿੰਦੇ 1.25 ਲੱਖ ਸੇਕ ਲੜਾਊਂ। ਹੁਣ ਉਹ 1.25 ਲੱਖ ਸੇਕ ਲੜਾਊਂ, ਮੈਂ ਅਕਸਰ ਕਹਿੰਦਾ ਹੁੰਦਾ ਵੀ ਅਰਥ ਇਹ ਕਿਤੇ ਵੀ ਨਹੀਂ ਹੈ ਵੀ ਮੌਤ ਨਹੀਂ ਆਉਣੀ, ਸਰੀਰ ਨਹੀਂ ਮਿਟਣਾ। ਅਰਥ ਇਹ ਹੈ ਕਿ ਆਤਮ ਵਿਸ਼ਵਾਸ ਇੰਨਾ ਕਿ ਖੌਫ ਹੀ ਕੋਈ ਨਹੀਂ ਹੈ, ਮੌਤ ਸਾਹਮਣੇ ਹੈ। ਦੋ ਚੀਜ਼ਾਂ ਮੰਗਿਓ, ਇੱਕ ਸੰਗਤ, ਇੱਕ ਗੁਣੀ ਨਿਧਾਨ ਦੀ ਯਾਦ, ਤਾਂ ਕਿ ਗੁਣ ਅੰਦਰ ਆ ਜਾਣ। ਇਹ ਦੋ ਚੀਜ਼ਾਂ ਆ ਗਈਆਂ, ਕਿਸੇ ਚੀਜ਼ ਦਾ ਭੈ ਨਹੀਂ ਰਹਿਣਾ। ਆਪਣੇ ਆਪ ਵੇਖਿਓ, ਜਦੋਂ ਤੁਸੀਂ ਗੁਰੂ ਦੀ ਸੰਗਤ 'ਚ ਆ ਗਏ ਨਾ ਜੀ, ਸੱਚੀ ਮੁੱਚੀ ਕਈ ਵਾਰੀ ਗੁਰੂ ਦੇ ਨਾਂ ਤੇ ਵੀ ਪਖੰਡ ਪਰੋਸਿਆ ਜਾ ਰਿਹਾ ਹੁੰਦਾ, ਸੁਚੇਤ ਹੋਇਓ।
ਜਦੋਂ ਗੁਰੂ ਦੀ ਸੰਗਤ ਵਿੱਚ ਆ ਗਏ ਤੁਸੀਂ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਮਨ ਭਰਮ ਵਿੱਚ ਚਲਿਆ ਜਾਏ। ਡਰ ਤੇ ਰਹਿਣਾ ਹੀ ਨਹੀਂ ਕਿਸੇ ਚੀਜ਼ ਦਾ, ਖੌਫ ਤੇ ਰਹਿਣਾ ਹੀ ਨਹੀਂ ਸਾਧ ਸੰਗਤ। ਸੋ ਦਿਆਲੂ ਪਾਤਸ਼ਾਹ ਮਿਹਰਾਮਤ ਕਰ ਰਹੇ ਆ। ਇੱਕ ਇੱਕ ਅੱਖਰ ਨੂੰ ਆਪਣੇ ਰੋਮ ਰੋਮ ਤੱਕ ਪਹੁੰਚਾਉਣ ਦਾ ਯਤਨ ਕਰੀਏ। ਜਿਵੇਂ ਭੋਜਨ ਖਾ ਕੇ ਉਹਦੀ એનર્ਜੀ, ਉਹਦੀ ਪਾਵਰ ਸਾਡੇ ਨਹੁੰਆਂ ਤੱਕ ਚਲੀ ਜਾਂਦੀ ਹੈ ਨਾ ਜੀ, ਭੋਜਨ ਛਕੀਏ ਤੇ। ਇਸੇ ਤਰ੍ਹਾਂ ਸਾਧ ਸੰਗਤ ਜੀ ਆਤਮਿਕ ਭੋਜਨ ਛਕ ਕੇ ਆਪਣੇ ਹਿਰਦੇ ਦੇ ਅੰਦਰ ਜਜ਼ਬ ਕਰਕੇ ਪੁੰਚ ਕੇ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਸੋ ਇਹ ਗਰਾਹੀ, ਇਹ ਕਿਣਕਾ ਆਪਣੇ ਅੰਦਰ ਅਸੀਂ ਵਸਾ ਸਕੀਏ। ਇੱਕ ਵਾਰ ਸਾਰੇ ਪਿਆਰ ਵਿੱਚ ਜੁੜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਸਿਮਰਤ ਨਾਮ ਕੋਟ ਜਤਨ ਪਾਏ। ਸਿਮਰਤ ਨਾਮ ਕੋਟ ਜਤਨ ਭਏ। ਪੱਪਾ ਕਰੋੜਾਂ ਯਤਨ ਆਪਣੇ ਆਪ ਹੀ ਜਿਹੜੇ ਲੋਕ ਕਰਦੇ ਫਿਰਦੇ ਨੇ ਨਾ ਜੀ, ਵਾਹਿਗੁਰੂ ਨਾਲ ਜਿਹਦੀ ਸੁਰਤ ਜੁੜੀ, ਉਹਨੂੰ ਕਰਨ ਦੀ ਲੋੜ ਹੀ ਨਹੀਂ। ਉਹਦੇ ਵਰਤ ਨੇਮ ਪੂਜਾ ਕਿਸੇ ਚੀਜ਼ ਦੀ ਉਹਨੂੰ ਜ਼ਰੂਰਤ ਨਹੀਂ। ਉਹਨੂੰ ਨਹੀਂ ਪੁੱਛਣ ਦੀ ਲੋੜ ਵੀ ਕਿਹੜਾ ਮਹੀਨਾ ਚੜਿਆ ਤੇ ਕਿਹੜੇ ਕਰਮਕਾਂਡ ਕਰਨੇ। ਭੁੱਲ ਜਾਓ ਸਾਧ ਸੰਗਤ, ਇੱਕੋ ਚੀਜ਼ ਆਪਣੇ ਘਰ ਲੈ ਕੇ ਆਓ, ਉਹਦੇ ਵਿੱਚ ਹੀ ਸਿੱਖ ਲਈ ਜੋ ਉਪਦੇਸ਼ ਹੈ। ਬਾਕੀ ਕੀ ਕਰਦੇ ਆ ਇਸ ਗੱਲ ਵੱਲ ਨਾ ਝਾਕੋ, ਇਸ ਗੱਲ ਦੀ ਫਿਕਰ ਨਾ ਕਰੋ ਬਾਕੀ ਦੁਨੀਆ ਕੀ ਕਰਦੀ ਹੈ, ਕਿਉਂਕਿ ਅਸੀਂ ਲੋਕਾਂ ਦੇ ਪਿੱਛੇ ਨਹੀਂ ਲੱਗਣਾ, ਅਸੀਂ ਤੇ ਗੁਰੂ ਦੇ ਪਿੱਛੇ ਲੱਗਣਾ। ਗੁਆਂਢੀ ਕੀ ਕਰਦੇ ਨੇ, ਰਿਸ਼ਤੇਦਾਰ ਕੀ ਕਰਦੇ ਨੇ, ਸਾਡੀ ਬਰਾਦਰੀ ਕੀ ਕਰਦੀ ਹੈ, ਕਿੱਥੇ ਮੱਥਾ ਟੇਕਣ ਜਾਂਦੀ ਹੈ, ਕੋਈ ਅਰਥ ਨਹੀਂ। ਸਾਡੇ ਕੋਲ ਤੇ ਹੈ ਦਾਤੇ ਦੀ ਦਿੱਤੀ ਹੋਈ ਦਾਤ ਸਿਮਰਤ ਨਾਮ। ਕਿਸੇ ਨੇ ਸ਼ਾਂਤੀ ਨਹੀਂ ਦੇਣੀ ਤੁਹਾਡੇ ਘਰਾਂ 'ਚ। ਨਾਮ ਦਾ ਮਤਲਬ ਉਹਦੇ ਗੁਣ। ਜਿੱਦਣ ਇਹ ਗੁਣੀ ਨਿਧਾਨ ਘਰ ਆ ਗਿਆ, ਉਦਣ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼। ਤੁਹਾਨੂੰ ਇੱਥੇ ਬੰਦੇ ਦੁਨੀਆ ਕੋ ਭਟਕੇ ਫਿਰਦੇ ਵੀ ਕਲੇਸ਼ ਬੜਾ, ਲੜਾਈ ਬੜੀ ਹੈ, ਝਗੜਾ ਬੜਾ ਹੈ, ਬਣ ਨਹੀਂ ਆਉਂਦੀ। ਬਣ ਆ ਜਾਏਗੀ। ਤੂੰ ਪਤੀ ਪਤਨੀ ਦੀ ਗੱਲ ਕਰ ਰਿਹਾ, ਤੇਰੀ ਦੁਸ਼ਮਣਾਂ ਨਾਲ ਵੀ ਆ ਜਾਏਗੀ। ਜਬ ਤੇ ਸਾਧ ਸੰਗਤ ਮੋਹੇ ਪਾਈ, ਵਿਸਰ ਗਈ ਸਭ ਤਾਤ ਪਰਾਈ। ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਿਗਾਨਾ। ਸਗਲ ਸੰਗ ਹਮਕੋ, ਨਹੀਂ ਗੱਲ ਨਹੀਂ ਬਣੀ, ਸਾਰੇ ਪੜਿਓ। ਸਗਲ ਸੰਗ ਹਮਕੋ ਬਾਣ ਆਈ। ਸਗਲ ਸੰਗ ਹਮਕੋ ਬਾਣ ਆਈ। ਫਿਰ ਜਦੋਂ ਬਾਣੀ ਆ ਗਈ, ਕਲੇਸ਼ ਹੀ ਮੁੱਕ ਗਏ, ਝਗੜੇ ਹੀ ਮੁੱਕ ਗਏ, ਫਿਰ ਕਿਉਂ ਜਾਣਾ ਕਿਸੇ ਨੂੰ। ਘਰ ਨੂੰ ਬਣਾਓ ਨਾ ਜੀ ਸਤ ਸੰਗਤ ਵਰਗਾ। ਆਓ ਇਕੱਠੇ ਬੈਠ ਕੇ ਰਹਿਰਾਸ ਸਾਹਿਬ ਕਰੀਏ। ਆਓ ਇਕੱਠੇ ਬੈਠ ਕੇ 5 ਮਿੰਟ ਵਾਹਿਗੁਰੂ ਵਾਹਿਗੁਰੂ ਕਰਕੇ ਪ੍ਰਸ਼ਾਦਾ ਛਕੀਏ। ਕੋਟ ਯਤਨ ਇੱਕ ਪਾਸੇ ਹੈ ਤੇ ਤੇਰੀ ਯਾਦ, ਤੇਰੇ ਗੁਣਾਂ ਨੂੰ ਸਿੰਚਣਾ, ਇਹਦੀ ਬਰਾਬਰੀ ਇਹ ਕਰੋੜਾਂ ਯਤਨ ਨਹੀਂ ਕਰ ਸਕਦੇ। ਸਾਧ ਸੰਗ ਮਿਲ ਹਰ ਗੁਣ ਗਾਏ। ਜਮ ਦੂਤਨ ਕਉ ਤਰਾਸ ਅਹੇ। ਜਮ ਦੂਤਨ ਕਉ ਤਰਾਸ ਅਹੇ। ਜਮ ਦੂਤਾਂ ਦਾ ਤਰਾਸ ਖਤਮ। ਸਭ ਤੋਂ ਵੱਡਾ ਤੇ ਡਰ ਇਹੀ ਹੈ ਨਾ ਵੀ ਹਾਏ ਮੌਤ ਆਉਣੀ ਹੈ, ਹਾਏ ਪਤਾ ਨਹੀਂ ਕਿੱਦਾਂ ਜਮਾਂ ਨੇ ਸਾਨੂੰ, ਕੀ ਹੋਣਾ ਸਾਡੇ ਨਾਲ, ਮਰਨ ਤੋਂ ਬਾਅਦ ਕੀ ਹੋਣਾ। ਸਿੱਖ ਨੂੰ ਕੋਈ ਚਿੰਤਾ ਨਹੀਂ। ਸਿੱਖ ਨੂੰ ਜਿਉਂਦੇ ਜੀ ਇੱਕ ਸੁਰੱਖਿਆ ਦਾ ਕਵਚ ਮਿਲਿਆ। ਉਹ ਕੀ ਹੈ? ਗੁਰੂ ਕੇ ਪਿਆਰ ਵਾਲਿਆਂ ਦੀ ਸੰਗਤ, ਗੁਰਸਿੱਖਾਂ ਦੀ ਸੰਗਤ ਮਿਲੀ ਹੈ। ਤੇ ਫਿਰ ਤਰਾਸ ਕਿਸ ਗੱਲ ਦਾ? ਵੇਖੋ ਜਿੰਨੀ ਦੇਰ ਸੰਗਤ ਵਿੱਚ ਅਸੀਂ ਨਹੀਂ ਨਾ ਰੰਗੇ ਜਾਂਦੇ, ਡਰ ਆਉਂਦਾ ਹੈ ਗੁਰਮੁਖੋ, ਇਹਦੇ 'ਚ ਕੋਈ ਸ਼ੱਕ ਨਹੀਂ ਹੈ।
ਸੱਚੀ ਮੁੱਚੀ ਮਾਨਸਿਕਤਾ ਡਰਦੀ ਹੈ। ਵੇਖੋ ਜੀ 20 ਸਾਲਾਂ ਤੋਂ ਉੱਥੇ ਦੀਵਾ ਜਗਾ ਰਹੇ ਹਾਂ ਭਾਈ ਸਾਹਿਬ, ਤੁਸੀਂ ਕਹਿੰਦੇ ਹੋ ਪਤਾ ਕਿਉਂ ਆਤਮ ਵਿਸ਼ਵਾਸ ਨਹੀਂ ਆਇਆ। ਤੁਹਾਡਾ ਆਤਮ ਵਿਸ਼ਵਾਸ ਪੈਰੋਂ ਪੈਰ ਕਦੋਂ ਵਧਣਾ? ਜਿਉਂ-ਜਿਉਂ ਤੁਸੀਂ ਗੁਰੂ ਕੀ ਸੰਗਤ ਕਰਨੀ ਹੈ, ਜਿੱਥੇ ਇੱਕੋ ਨਾਮ ਵਖਾਣੀ ਹੈ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਇੱਕੋ ਨਾਮ ਵਖਾਣੀ ਹੈ। ਹੁਣ ਭਾਈ ਮੰਝ ਕਬਰ ਪੂਜਦੇ ਆ, ਪਹਿਲਾਂ ਕਿਉਂ ਨਹੀਂ ਹਿੰਮਤ ਪਈ ਕਬਰ ਪੁੱਟਣ ਦੀ? ਕਬਰ ਪੂਜਦੇ ਆ, ਮਿੱਟੀ ਦੀ ਢੇਰੀ ਹੈ, ਖੇਤਾਂ ਚੋਂ ਲਿਆ ਕੇ ਮਿੱਟੀ ਤੇ ਬਣਾ ਦਿੱਤੀ। ਅੱਜ ਆਪਾਂ ਭੱਠੇ ਤੋਂ ਇੱਟਾਂ ਲੈ ਆਉਂਦੇ ਆ, ਮਿੱਟੀ ਨੂੰ ਤੁਹਾਡੇ ਖੇਤਾਂ ਚੋਂ ਲਿਜਾ ਕੇ ਭੱਠੇ 'ਚ ਅੱਗ 'ਚ ਸਾੜਿਆ ਹੋਇਆ, ਇੱਟ ਪੱਕ ਗਈ ਹੈ, ਲਿਆ ਕੇ ਅਸੀਂ ਢੇਰੀ ਬਣਾ ਦਿੱਤੀ। ਮਿਸਤਰੀ ਨੇ ਉਹਨੂੰ ਵੱਢ ਟੁੱਕ ਕੇ ਇੱਟਾਂ ਵਧੀਆ ਜਿਹਾ ਤਰਾਸ਼ ਕੇ ਐਡੀ ਥੜੀ ਬਣਾ ਦਿੱਤੀ। ਤੇ ਉਹ ਥੜੀ ਨੂੰ ਹੁਣ ਅਸੀਂ ਕੀ ਕਹਿੰਦੇ ਆ? ਬਾਬਾ ਬੜਾ ਜ਼ਾਹਰ ਹੈ। ਕਿਉਂ ਕਹਿੰਦੇ ਆ ਜ਼ਾਹਰ ਹੈ? ਹਾਏ ਜੁੱਤੀ ਲੈ ਕੇ ਨਾ ਚਲਿਆ ਜਾਏ ਬੱਚਾ ਸਾਡਾ ਕਿਤੇ। ਕਿਉਂ ਡਰੇ ਹੋਏ ਆ? ਇੱਟਾਂ ਦੇ ਵਿੱਚ ਬਾਬਾ ਜ਼ਾਹਰਾ ਹੋ ਗਿਆ। ਇਹ ਹੈ ਸਾਡਾ ਭੈ। ਕਹਿੰਦੇ ਇੱਥੇ ਕਹਿੰਦੇ ਵੀ ਜਮਾਂ ਦਾ ਤਰਾਸ ਨਹੀਂ ਰਹਿੰਦਾ ਜਦੋਂ ਨੂੰ ਸੰਗਤ ਮਿਲਦੀ ਹੈ। ਡਰਦੇ ਤੇ ਮੰਝ ਜੀ ਵੀ ਸੀ ਵੀ ਨਹੀਂ ਜੀ ਕਬਰ ਬਣੀ ਹੈ, ਮੇਰੇ 'ਚ ਹਿੰਮਤ ਨਹੀਂ, ਮੈਂ ਢਾਹ ਦਿਆਂ। ਡਰਦੇ ਤੇ ਬਹਿਲੋ ਜੀ ਵੀ ਭਗਤ ਭੂਤਾਂ ਵਾਲੇ ਚੱਕਰ 'ਚ ਪਏ ਹੋਏ ਸੀ। ਡਰਦਾ ਤੇ ਦੁਨੀ ਚੰਦ ਵੀ ਸੀ, ਮੇਰੇ ਪਿਓ ਦਾ ਸਰਾਧ ਹੈ, ਮੈਂ ਸ਼ੁਰੂ ਤੋਂ ਸਰਾਧਾਂ ਦੀ ਰੋਟੀ ਖਵਾਉਂਦਾ ਆ ਰਿਹਾ, ਬਾਬਾ ਤੁਸੀਂ ਕਹਿੰਦੇ ਹੋ ਸਰਾਧ ਛੱਡ ਦੇ। ਛੁੱਟਿਆ ਕਦੋਂ ਸਭ ਕੁਝ? ਕਦੋਂ ਹਿੰਮਤ ਆਈ ਮੰਝ ਜੀ ਵਿੱਚ ਵੀ ਫੜ ਕੇ ਕਹੀ ਕਬਰ ਨੂੰ ਪੁੱਟ ਸੁੱਟੇ? ਕਦੋਂ ਆਤਮ ਵਿਸ਼ਵਾਸ ਆਇਆ? ਕਦੋਂ ਸੂਰਮਾ ਬਣਿਆ? ਕੱਲਾ ਮੈਦਾਨੇ ਜੰਗ 'ਚ ਤਲਵਾਰ ਲੈ ਕੇ ਲੜਨ ਵਾਲਾ ਹੀ ਸੂਰਮਾ ਨਹੀਂ, ਅੰਦਰ ਦੀਆਂ ਕਮਜ਼ੋਰੀਆਂ ਨੂੰ ਜਿੱਤਣ ਵਾਲਾ ਵੀ ਸੂਰਮਾ ਹੈ। ਕਦੋਂ ਬਣਿਆ ਜੀ? ਜਿੱਦਣ ਗੁਰੂ ਕੀ ਸੰਗਤ ਮਿਲੀ। ਉਸ ਦਿਨ ਹਿੰਮਤ ਆਈ, ਜੋਸ਼ ਆਇਆ, ਜਜ਼ਬਾ ਆਇਆ, ਗਿਆਨ ਆਇਆ, ਸੋਝੀ ਆਈ, ਗੁਰਮਤ ਦਾ ਪਤਾ ਲੱਗਿਆ, ਵਿਵੇਕ ਆਇਆ ਅੰਦਰ। ਤੇ ਫੜੀ ਕਹੀ ਜਿਹੜੀ ਥੜੀ ਨੂੰ ਕਹਿੰਦਾ ਸੀ ਬਾਬਾ ਬੜਾ ਜ਼ਾਹਰ ਹੈ, ਮਾਰੀ ਸਿਰ 'ਚ ਕਈ ਪੱਟ ਕੇ ਸਾਰੀਆਂ ਉਹ ਮਾਰੀਆਂ ਖਿਲਾਰ ਕੇ ਛੱਪੜ। ਆਹ ਜੋਸ਼ ਆਉਣਾ ਤੁਹਾਡੇ 'ਚ। ਬਾਣੀ ਪੜ੍ਹ ਕੇ ਨਾ ਮੈਨੂੰ ਆਨੰਦ ਆਇਆ। ਤੁਸੀਂ ਭੈਣਾਂ ਨੇ ਜਕਾਰਾ ਕੀਤਾ ਨਾ, ਭੈਣਾਂ ਜਾਗੀਆਂ, ਸ਼ੁਕਰ। ਕਿਉਂਕਿ ਦੋਸ਼ ਲੱਗਦਾ ਕਿ ਬੀਬੀਆਂ ਇਹ ਪਖੰਡ ਜ਼ਿਆਦਾ ਤਰਜੀਹ ਦਿੰਦੀਆਂ ਨੇ। ਨਹੀਂ ਪਈ, ਤਕਦੀਰ ਬਦਲ ਦਿੰਦੀਆਂ ਕੌਮ ਦੀ ਭੈਣਾਂ ਸਾਡੀਆਂ। ਉਹ ਆਏ ਸੀ ਵੀਰ ਵਿਚਾਰੇ ਡਰਦੇ, ਤੇ ਮਾਈ ਭਾਗੋ ਕਹਿੰਦੀ ਚਲੋ ਡਰ ਕਾਹਦਾ, ਜਿੱਤ ਲਿਆ ਨਾ ਮੌਤ ਦਾ ਖੌਫ। ਤੇ ਗੁਰੂ ਨੇ ਗਲ ਨਾ ਲਾ ਲਿਆ। ਜਮ ਦੂਤਾਂ ਦਾ ਤਰਾਸ ਮੁੱਕ ਜਾਂਦਾ ਹੈ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ। ਰਹਾਉ ਜਿਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ। ਜੇਤੇ ਪੁਨਹ ਚਰਨ। ਪੁਨਹ ਚਰਨ ਕੀ ਹੁੰਦੇ ਸਾਧ ਸੰਗਤ ਜੀ? ਕਰਮ ਕਾਂਡ। ਮੰਨ ਲਓ ਪੂਜਾ ਕਰਨੀ ਹੈ ਜੀ ਕਿਸੇ ਨੇ, ਤੇ ਪੂਜਾ ਤੋਂ ਪਹਿਲਾਂ ਵਿਧੀ, ਪਾਣੀ ਰੱਖਣਾ, ਅੱਗ ਬਾਲਣੀ ਹੈ, ਥਾਂ ਸੁੱਚਾ ਕਰਨਾ, ਭੂਮੀ ਪੂਜਨ ਕਰਨਾ, ਇਹ ਜਿੰਨੇ ਵੀ ਤਰੀਕੇ ਵਰਤੇ ਜਾਂਦੇ ਨੇ ਜਿਹੜੇ ਲੋਕੀ ਕਰਦੇ ਆ ਉਹਨਾਂ ਨੂੰ ਪਤਾ। ਰੱਬ ਕਰੇ ਤੁਹਾਨੂੰ ਨਾ ਹੀ ਪਤਾ ਲੱਗੇ। ਉਹਨੂੰ ਕਹਿੰਦੇ ਆ ਪੁਨਹ ਚਰਨ। ਸੁਖਮਨੀ ਸਾਹਿਬ ਵਿੱਚ ਵੀ ਅਸੀਂ ਇਹ ਪੁਨਹ ਚਰਨ ਸ਼ਬਦ ਪੜ੍ਹਦੇ ਹਾਂ ਵੀ ਅਨੇਕ ਪੁਨਹ ਚਰਨ ਕੀਤੇ ਪਰ ਬੰਦਾ ਤਰਿਆ ਨਹੀਂ। ਹੁਣ ਜਿੰਨੇ ਇਹ ਪੁਨਹ ਚਰਨ ਕੀਤੇ, ਜਿਨੇ ਜੇਤੇ ਪੁਨਹ ਚਰਨ ਸੇ ਕੀਨੇ, ਮਨ ਤਨ ਪ੍ਰਭ ਕੇ ਚਰਨ ਗਹੇ। ਤੂੰ ਮਨ ਕਰਕੇ, ਕੱਲਾ ਤਨ ਕਰਕੇ ਨਹੀਂ, ਤਨ ਕਰਕੇ ਆ ਕਰਮ ਗੁਰੂ ਦੇ ਅਨੁਸਾਰ ਹੋਣੇ, ਮਨ ਕਰਕੇ ਆ ਫੁਰਨੇ ਗੁਰੂ ਦੇ ਅਨੁਸਾਰ ਹੋਣੇ। ਜਿੱਦਣ ਮਨ ਤਨ ਕਰਕੇ ਤੂੰ ਪਰਮੇਸ਼ਰ ਨੂੰ, ਆਪਣੇ ਪਿਆਰੇ ਨੂੰ ਸਮਰਪਿਤ ਹੋ ਗਿਆ, ਇਹ ਜਿੰਨੇ ਪੁਨਹ ਚਰਨ ਨੇ ਨਾ, ਜਿੰਨੇ ਲੋਕੀ ਵਿਧੀਆਂ ਸਾਧਨ ਅਪਣਾਉਂਦੇ ਫਿਰਦੇ ਆ, ਇਹ ਤੇਰੇ ਇੱਕ ਵਾਰੀ ਮੱਥਾ ਟੇਕਣ ਦੇ ਬਰਾਬਰ ਕੱਖ ਵੀ ਨਹੀਂ। ਇੱਕ ਵਾਰੀ ਤੇ ਮੱਥਾ ਟੇਕ, ਮਨ ਕਰਕੇ, ਸਰੀਰ ਕਰਕੇ ਨਹੀਂ ਇਕੱਲਾ। ਕਰੋੜਾਂ ਕੋਈ ਯਤਨ ਕਰਦਾ ਫਿਰੇ, ਇੱਕ ਵਾਰੀ ਝੁਕਿਆ ਜਿਹੜਾ ਚਰਨਾਂ 'ਚ। ਕਦੀ ਮਾਧੋ ਦਾਸ ਝੁਕਿਆ ਤੇ ਫਰਕ ਕੀ ਪਿਆ? ਇੱਕ ਵਾਰੀ ਝੁਕਿਆ ਤੇ ਕੀ ਬਣ ਗਿਆ ਜੀ? ਉਹ ਗੁਰੂ ਦਾ ਬੰਦਾ। ਕੀ ਬਣ ਗਿਆ? ਗੁਰੂ ਦਾ ਬੰਦਾ। ਤੇ ਅਸੀਂ ਮੱਥਾ ਟੇਕੀ ਕੀ ਕਰਨਾ? ਗੁਰੂ ਦੇ ਬੰਦੇ ਬਣਨਾ। ਬੰਦਿਆਂ ਦੇ ਬੰਦੇ ਨਹੀਂ ਬਣਨਾ, ਧੜਿਆਂ ਦੇ ਬੰਦੇ ਨਹੀਂ ਬਣਨਾ। ਉਹ ਮਨਮੁਖ ਹੁੰਦੇ ਨੇ, ਉਹ ਗੁਰਮੁਖ ਨਹੀਂ ਹੁੰਦੇ ਜਿਹੜੇ ਬੰਦਿਆਂ ਦੇ ਬੰਦੇ ਬਣਦੇ ਆ। ਭਾਈ ਸਾਹਿਬ ਜੀ ਕਹਿ ਰਹੇ ਨੇ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ।
ਵਾਹਿਗੁਰੂ ਕਰੇ ਸਾਨੂੰ ਗੁਰਸਿੱਖਾਂ ਦੀ ਸੰਗਤ ਮਿਲੇ, ਅਸੀਂ ਰੱਜ ਰੱਜ ਸਤਿਕਾਰ ਕਰੀਏ ਗੁਰਸਿੱਖਾਂ ਦਾ। ਪਰ ਸੱਚੇ ਪਾਤਸ਼ਾਹ ਅਸੀਂ ਤੇਰੇ ਬੰਦੇ ਹੋਈਏ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਕਾਹਦਾ ਖੌਫ ਕਿਹਦੀ ਮੁਤਾਜੀ, ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਟੋਟੇ ਹੀ ਨਹੀਂ ਫਿਰ ਲਖਮੀ ਟੋਟ ਨਾ ਆਵਈ, ਖਾਏ ਖਰਚ ਰਹੰਦਾ, ਲੱਖ 84 ਮੇਦਨੀ। ਤੁਹਾਡੇ ਪੈਰਾਂ 'ਚ ਰੁਲਦੇ ਫਿਰਨਗੇ ਸਭ ਜੀ, ਸਭ ਸੇਵ ਕਰਨ ਦਾ, ਵੈਰੀ ਮਿੱਤਰ ਸਭ ਕੀਤੇ, ਨਾ ਮੰਗੈ ਮੰਦਾ ਨਾ ਕੋ ਵੈਰੀ। ਐਸੀ ਕਲਾ ਸਾਹਿਬ ਵਰਤਾਉਂਦੇ ਸਾਧ ਸੰਗਤ। ਤੋ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਇੱਕ ਵਾਰੀ ਚਰਨਾਂ ਵਿੱਚ ਆਉਣ ਵਾਲਾ, ਉਹਦੇ ਤੁੱਲ ਇਹ ਅਨੇਕਾਂ ਹੀ ਜਿਹੜੇ ਕਰਮਕਾਂਡ ਨੇ ਉਹ ਨਹੀਂ ਹੋ ਸਕਦੇ। ਆਵਣ ਜਾਣ ਭਰਮ ਪਉ ਨਾਠਾ, ਜਨਮ ਜਨਮ ਕੇ ਕਿਲ ਵਿਖ ਦਹੇ। ਦਹੇ ਸ਼ਬਦ ਦਾ ਅਰਥ ਹੈ ਸੜ ਕੇ। ਕਿਲਵਕੀ ਜਿਹੜੇ ਕਮਾਏ ਹੋਏ ਪਾਪ ਸੀ ਸਾਡੇ, ਜੀ ਡਰਦਾ ਸੀ ਕਰਮ ਬੜੇ ਮਾੜੇ ਕੀਤੇ ਆ, ਉਹ ਗੁਰੂ ਦੀ ਸ਼ਰਨ ਚ ਆਉਣ ਵਾਲੇ ਆ। ਤੇਰਾ ਜੰਮਣ ਮਰਨ ਵੀ ਮਿਟ ਜਾਏਗਾ, ਤੇ ਚਿੰਤਾ ਨਾ ਕਰੀ, ਜੋ ਹੁਣ ਤੱਕ ਕਮਾਇਆ ਹੈ, ਜੋ ਬੁਰਾ ਸਮਝਦਾ ਜਿਹੜਾ ਤੈਨੂੰ ਡਰਾ ਰਿਹਾ, ਉਹ ਸਭ ਕੁਝ ਲੇਖੇ ਸੜ ਕੇ ਸਵਾਹ ਹੋ ਜਾਣਗੇ। ਇੱਕ ਵਾਰੀ ਗੁਰੂ ਦੀ ਸ਼ਰਨ ਵਿੱਚ ਤੇ ਆ ਕੇ ਵੇਖ, ਇੱਕ ਵਾਰੀ ਗੁਰੂ ਦਾ ਹੋ ਕੇ ਤੇ ਵੇਖ, ਇੱਕ ਵਾਰੀ ਗੁਰੂ ਨੂੰ ਆਪਣਾ ਤੇ ਬਣਾ ਕੇ ਵੇਖ। ਆਵਣ ਜਾਣ ਭਰਮ ਭਉ, ਭਉ ਵੀ ਕਿਹਾ, ਹੁਣ ਭਰਮ ਕਰਕੇ ਭਉ ਸੀ, ਹੈ ਨਾ ਜੀ। ਭਰਮ ਮਤਲਬ ਦੁਬਦਾ, ਨਿਰਣਾ ਨਹੀਂ ਕਰ ਪਾ ਰਹੇ ਵੀ ਆਪ ਜਿਹੜੀ ਰੱਸੀ ਪਈ ਹੈ ਸੱਪ ਜਾਪ ਰਹੀ ਸੀ, ਭਰਮ ਸੀ ਨਾ ਜੀ। ਤੇ ਭਰਮ ਕਰਕੇ ਡਰਿਆ ਹੋਇਆ ਸੀ। ਭਰਮ ਕਦੋਂ ਦੂਰ ਹੋਇਆ? ਜਦੋਂ ਸਵਿਚ ਆਨ ਕੀਤੀ, ਜਦੋਂ ਲਾਈਟ ਹੋਈ, ਮੱਥੇ ਤੇ ਹੱਥ ਮਾਰਿਆ, ਇਹ ਤੇ ਰੱਸੀ ਸੀ, ਮੈਂ ਸੱਪ ਸਮਝੀ ਗਿਆ। ਭਰਮ ਕਰਕੇ ਡਰ ਹੈ, ਤੇ ਮਾਰੇ ਕਹਿੰਦੇ ਭਰਮ ਵੀ ਨਹੀਂ ਰਹੇਗਾ, ਭਉ ਵੀ ਨਹੀਂ ਰਹੇਗਾ। ਗੁਰਪ੍ਰਸਾਦ ਭਰਮ ਕਾ ਨਾਸ, ਭਰਮ ਭਉ ਨਾਠਾ, ਜਨਮ ਜਨਮ ਕੇ ਕਿਲ ਵਿਖ ਦਹੇ। ਜਨਮਾਂ ਦੇ ਪਾਪ ਸੜ ਜਾਂਦੇ ਹਨ। ਨਿਰਭਉ ਹੋਏ ਭਜੋ ਜਗਦੀਸੈ, ਇਹੋ ਪਦਾਰਥ ਵੱਡ ਭਾਗ ਲਹੇ। ਨਿਰਭਉ ਹੋਏ ਕਦੋਂ ਜੀ? ਸਭ ਤੋਂ ਵੱਡੀ ਗੱਲ ਤੇ ਡਰ ਦੀ ਹੈ। ਸੱਪ ਵੀ ਦੇਵਤਾ, ਅੱਗ ਵੀ ਦੇਵਤਾ, ਸੂਰਜ ਵੀ ਦੇਵਤਾ, ਪਾਣੀ ਵੀ ਦੇਵਤਾ, ਡਰੀ ਜਾ ਰਿਹਾ। ਪਰ ਗੁਰੂ ਸਾਹਿਬ ਕੀ ਕਹਿੰਦੇ? ਦੱਦਾ ਦਾਤਾ ਏਕ ਹੈ, ਜਿਹਦੇ ਹੁਕਮ 'ਚ ਹੈ ਭੈ ਵਿੱਚ ਪਵਨ ਵਹਿ ਸਦ ਵਾਓ, ਭੈ ਵਿੱਚ ਚੱਲਿਆ ਲੱਖ ਦਰਿਆਓ, ਭੈ ਵਿੱਚ ਅਗਨ ਕੱਢਿਆ ਬੇਗਾਰ, ਭੈ ਵਿੱਚ ਧਰਤੀ ਦੱਬੀ, ਜਿਹਦੀ ਆਗਿਆ 'ਚ ਸਭ ਕੁਛ ਹੈ। ਨਿਰਭਉ ਹੋਏ, ਕਿਸੇ ਦਾ ਡਰ ਨਹੀਂ। ਠੂਆਂ ਸੱਪਾਂ ਨੂੰ ਪੂਜਣ ਵਾਲਿਆ, ਕਿਸੇ ਦਾ ਡਰ ਨਹੀਂ। ਭਜੋ ਜਗਦੀਸੈ, ਵਾਹਿਗੁਰੂ ਜਗਤ ਦੇ ਈਸ਼ ਨੂੰ ਭਜ ਕੇ ਵੇਖ, ਤੇਰੇ ਭੈ ਖਤਮ ਹੋ ਜਾਣਗੇ। ਇਹ ਪਦਾਰਥ ਵੱਡ ਭਾਗ ਲਹੇ। ਨਕਰਮੇ ਨੇ ਜਿਹੜੇ ਇੱਕ ਨੂੰ ਛੱਡ ਕੇ ਭਟਕ ਰਹੇ ਆ, ਅਭਾਗੇ ਨੇ ਜਿਹੜੇ ਇੱਕ ਨੂੰ ਛੱਡ ਕੇ ਭਟਕ ਰਹੇ ਆ। ਵੱਡੇ ਭਾਗਾਂ ਵਾਲਿਆਂ ਨੇ ਬਖਸ਼ਿਸ਼ ਪਾਈ ਹੈ। ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਮੇਰੇ ਉੱਤੇ ਬਖਸ਼ਿਸ਼ ਕਰੋ ਪਾਤਸ਼ਾਹ, ਇਹ ਤੇਰਾ ਸੇਵਕ ਤੇਰੇ ਜਸ ਨਾਲ, ਤੇਰੀਆਂ ਵਡਿਆਈਆਂ ਨਾਲ, ਤੇਰੇ ਗੁਣਾਂ ਨਾਲ ਜੁੜ ਸਕੇ ਪਾਤਸ਼ਾਹ। ਜਿਹੜਾ ਵਡੱਪਣ ਤੇਰੇ 'ਚ ਹੈ ਨਾ, ਇਹ ਵਡੱਪਣ ਮੇਰੇ ਹਿਰਦੇ 'ਚ ਵਸ ਜਾਏ ਮਹਾਰਾਜ। ਇਹ ਮੇਰੇ ਉੱਤੇ ਕਿਰਪਾ ਕਰੋ। ਇਹ ਮੰਗੀ ਹੈ ਜੀ ਗੁਰੂ ਸਾਹਿਬ ਕੋਲ। ਆਪਣੇ ਘਰਾਂ 'ਚੋਂ ਭਰਮ ਕੱਢੋ। ਜਿੱਦਣ ਭਰਮ ਸਾਰੇ ਮੁੱਕ ਗਏ, ਉਦਣ ਸਿੱਖ ਬਣ ਜਾਣਾ। ਉਦਣ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਡੇ ਘਰ 'ਚ ਆ ਜਾਣਾ। ਖਾਲਸਾ ਖਾਸ ਕਹਾਵੈ ਸੋਏ, ਜਾਂ ਕੈ ਹਿਰਦੈ ਭਰਮ ਨਾ ਹੋਏ। ਤੇ ਜਦੋਂ ਹਿਰਦੇ 'ਚ ਭਰਮ ਨਾ ਹੋਏ ਕੱਢ ਦਿੱਤਾ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਫਿਰ ਮੈਂ ਤੇਰੇ ਹਿਰਦੇ 'ਚ ਆ ਕੇ ਟਿਕ ਜਾਣਾ। ਖਾਲਸੇ ਮੈਂ ਹੋਂ ਕਰੋ ਨਿਵਾਸ। ਭਰਮ ਕੱਢ ਤੇ ਗੁਰੂ ਗੋਬਿੰਦ ਸਿੰਘ ਜੀ ਆ ਜਾਣਗੇ। ਤੇ ਜਿੱਥੇ ਗੁਰੂ ਸਾਹਿਬ ਵਸਦੇ ਆ ਗੁਰਮੁਖੋ, ਆਪ ਗੁਣੀ ਨਿਧਾਨ ਪਾਤਸ਼ਾਹ, ਉੱਥੇ ਫਿਰ ਕੋਈ ਭਾਉ ਨਹੀਂ ਰਹਿੰਦਾ। ਮਹਾਰਾਜ ਦਇਆ ਕਰਨ, ਸਾਰਿਆਂ ਦੇ ਘਰਾਂ 'ਚ ਸਿੱਖੀ ਆਵੇ, ਸਿਦਕ ਆਵੇ। ਗੁਰੂ ਸਾਹਿਬ ਜੀ ਵਿਵੇਕ ਬੁੱਧੀ ਬਖਸ਼ਣ ਤੇ ਭਰਮ ਦਾ ਜਾਲ ਕੱਟ ਸਕੀਏ। ਅਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਭਾਈ, 22 ਤਰੀਕ ਨੂੰ ਗੁਰੂ ਰਾਮਦਾਸ ਪਾਤਸ਼ਾਹ ਦਾ ਪ੍ਰਕਾਸ਼ ਪੁਰਬ। ਆਪ ਜੀ ਨੇ ਸ਼ਰਧਾ ਕੀਦਤ ਨਾਲ ਘਰ ਘਰ ਅੰਦਰ ਗੁਰੂ ਦੀਆਂ ਬਾਤਾਂ ਸਾਂਝੀਆਂ ਕਰਨੀਆਂ। ਤੇ ਨਾਲ ਬੇਨਤੀ ਹੈ, ਸ਼੍ਰੀ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਦਿਹਾੜਾ
ਦੱਸਣਾ ਪੈਂਦਾ ਥੋੜ੍ਹਾ ਜਿਹਾ ਤਰੀਕਾਂ ਕਰਕੇ। ਉਹ ਇਸ ਵਾਰੀ 27 ਦਸੰਬਰ ਨੂੰ ਹੈ, ਜਿਹੜਾ ਮੁੱਖ ਮੇਨ ਸ਼ਹੀਦੀ ਦਿਹਾੜਾ ਹੈ। ਤੇ ਜਿਹੜੇ ਸਫਰੇ ਸ਼ਹਾਦਤ ਦੀਆਂ ਤਰੀਕਾਂ ਨੇ, ਪਹਿਲਾ ਪੜਾਅ ਬਾਬਾ ਕੁੰਮੇ ਮਾਸ਼ਕੀ ਦੀ ਸ਼ਾਨ ਸਫਰੇ ਸ਼ਹਾਦਤ ਦਾ 21 ਤਰੀਕ, 22 ਤਰੀਕ ਨੂੰ ਸਹੇੜੀ ਗੰਗੂ ਦੇ ਘਰ ਵਾਲੀ ਜਗ੍ਹਾ ਜਿੱਥੇ ਮਾਂ ਜੀ ਤੇ ਸਾਹਿਬਜ਼ਾਦੇ ਠਹਿਰੇ, ਤੇ 23 ਤਰੀਕ ਨੂੰ ਕੋਤਵਾਲੀ ਮੋਰਿੰਡਾ, ਤੇ 24 ਨੂੰ ਠੰਡੇ ਬੁਰਜ ਦੀ ਸਰਦਲ ਤੇ ਬੈਠ ਕੇ ਮਾਂ ਗੁਜਰੀ ਜੀ ਦੀ ਗੋਦ ਦਾ ਨਿੱਘ ਮਾਣਾਂਗੇ। ਆਪ ਜੀ ਨੇ ਸਾਰਿਆਂ ਨੇ ਚੇਤੇ 'ਚ ਰੱਖਣਾ। ਫਿਰ 25, 26, 27 ਨੂੰ ਸ਼ਹੀਦੀ ਦਿਹਾੜੇ ਦੀਆਂ ਹਜ਼ੂਰੀਆਂ ਹਾਜ਼ਰੀਆਂ ਤੁਸੀਂ ਭਰਨੀਆਂ। ਸਭ ਦਾ ਧੰਨਵਾਦ ਜੀ। ਅਸੀਸ ਦਿਓ, ਭੁੱਲਾਂ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਭਉ ਹੋਏ ਭਜੋ ਜਗਦੀਸੈ, ਇਹੋ ਪਦਾਰਥ ਵੱਡ ਭਾਗ ਲਹੇ। ਕਰ ਕਿਰਪਾ ਪੂਰਨ ਪ੍ਰਭ ਦਾਤੇ, ਨਿਰਮਲ ਜਸ ਨਾਨਕ ਦਾਸ ਕਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।